ਤੇ ਕੁਝ ਕਾਂਗਰਸ ਦੇ ਆਗੂ ਜਿਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਅੰਨਾ ਹਜ਼ਾਰੇ ਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਭ੍ਰਿਸ਼ਟ ਨੇ ਤੇ ਬਾਅਦ ਵਿੱਚ ਮੁਆਫੀ ਮੰਗਣੀ ਪਈ ਸੀ। ਪਰ ਅੰਨਾ ਹਜ਼ਾਰੇ ਕਾਂਗਰਸ ਸਰਕਾਰ ਦੀਆਂ ਜੜ੍ਹਾਂ ਵਿੱਚ ਬੈਠ ਗਏ। ਉਸ ਵਿੱਚੋਂ ਹਾਸਲ ਜੇ ਕੁਝ ਹੋਇਆ ਤੇ ਨਰਿੰਦਰ ਮੋਦੀ ਨੂੰ, ਬਾਬਾ ਰਾਮਦੇਵ ਨੂੰ ਤੇ ਅਰਵਿੰਦ ਕੇਜਰੀਵਾਲ ਵੱਡੇ ਪੱਧਰ ਤੇ ਰੌਲਾ ਪਿਆ ਦੁਨੀਆ ਨੂੰ। ਤੇ ਕਾਂਗਰਸੀ ਉਸ ਵੇਲੇ ਕੀ ਕਰ ਰਹੇ ਸੀ? ਕਾਂਗਰਸ ਦੀ ਤਰਾਸਦੀ ਇਹ ਹੈ ਕਿ ਕਾਂਗਰਸ ਜਿੱਥੇ ਮੌਜੂਦ ਹੋਣੀ ਚਾਹੀਦੀ ਹੈ ਉੱਥੇ ਉਹਨਾਂ ਦੀ ਗਿਣਤੀ ਕੋਈ ਨਹੀਂ। ਬੇਸਿਕਲੀ ਲਾਈਮ ਲਾਈਟ ਵਿੱਚ ਆਉਣ ਦਾ ਕੋਈ ਵੀ ਮੌਕਾ ਜਿਹੜਾ ਹੈ ਉਹ ਕੋਈ ਵੀ ਸਿਆਸਤਦਾਨ ਜੋ ਸਿਆਸਤ ਦੀ ਦੁਨੀਆ ਦੇ ਵਿੱਚ ਹੈ ਤੇ ਆਪਣਾ ਨਾਂ ਚਮਕਾਉਣਾ ਚਾਹੁੰਦਾ ਤੇ ਅੱਗੇ ਆਉਣਾ ਚਾਹੁੰਦਾ, ਚੰਗੇ ਕਾਰਨਾਂ ਕਰਕੇ ਉਹ ਖਿਜਾਉਣਗੇ ਨਹੀਂ, ਹਰ ਜਗ੍ਹਾ ਜਾਣਗੇ। ਨਰਿੰਦਰ ਮੋਦੀ ਉੱਤੇ ਇਹ ਇਲਜ਼ਾਮ ਲੱਗਦਾ ਕਿ ਹਿੰਦੂਤਵ ਦਾ ਤੇ ਭਗਵਾਂ ਏਜੰਡਾ ਇਹ ਅੱਗੇ ਲੈ ਕੇ ਵਧੇ ਨੇ ਤੇ ਉਹ ਸਾਰਿਆਂ ਤੇ ਥੋਪ ਰਹੇ ਨੇ ਕਿ ਇਸ ਦਾ ਮੁੱਢ ਤੇ ਅਟਲ ਬਿਹਾਰੀ ਵਾਜਪੇਈ ਨੇ ਰੱਖ ਦਿੱਤਾ ਸੀ, ਨੀਂਹ ਪੱਥਰ ਉਹਨਾਂ ਨੇ ਰੱਖ ਦਿੱਤਾ ਸੀ, ਲਾਲ ਕਨਹਈਆ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੇ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਆਗੂ ਸਨ। ਕਿਸਾਨਾਂ ਦੀ ਦੁਰਦਸ਼ਾ ਕਿਉਂ ਹੋਈ ਹੈ ਜਦੋਂ ਕਿਸਾਨ ਨੂੰ ਦੇਸ਼ ਦਾ ਅੰਨਦਾਤਾ ਕਹਿਣ ਵਾਲੇ ਕੌਣ ਸਨ ਤੇ ਕਿਸਾਨ ਤੇ ਇਹ ਬੋਝ ਪਾਉਣ ਵਾਲੇ ਕੌਣ ਸਨ ਕਿ ਤੁਸੀਂ ਨਵੀਆਂ ਤਕਨੀਕਾਂ ਅਪਣਾ ਕੇ ਇਸ ਤਰ੍ਹਾਂ ਕਰਕੇ ਤੇ ਸਾਨੂੰ ਅਨਾਜ ਉਗਾ ਕੇ ਦਿਓ ਤਾਂ ਕਿ ਸਾਨੂੰ ਵਿਦੇਸ਼ਾਂ ਅੱਗੇ ਹੱਥ ਨਾ ਅੱਡਣੇ ਪੈਣ। ਤੇ ਕੱਲ ਸਾਰੇ ਕੂਏ ਜਿਹੜੇ ਸੀ ਉਹ ਪਿਆਸਿਆਂ ਕੋਲ ਗਏ ਹੋਏ ਸਨ ਜੇ ਇਹਨਾਂ ਦੇ ਲਫ਼ਜ਼ਾਂ ਦੀ ਅਸੀਂ ਗੱਲ ਕਰੀਏ। ਨਵਜੋਤ ਸਿੱਧੂ ਜਿਸ ਦਿਨ ਦੇ ਪ੍ਰਧਾਨ ਥਾਪੇ ਗਏ ਨੇ ਉਸ ਦਿਨ ਤੋਂ ਬਾਅਦ ਜਿੰਨੀ ਵੀ ਦੌੜ ਲਾਈ ਆ ਇਸ ਵੇਲੇ ਸਿਰਫ ਪੰਜਾਬ ਵਿੱਚ ਵੋਟਾਂ ਹਾਸਲ ਕਰਨ ਤੋਂ ਵੱਧ ਕੋਈ ਉਹਨਾਂ ਦਾ ਮੁੱਦਾ ਜਿਹੜਾ ਉਹਨਾਂ ਦੇ ਪੁਰ ਕੱਟਦੇ ਨੇ। ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਮੁੱਦੇ ਪਹਿਲਾਂ ਉਠਾਉਂਦੇ ਸੀ, ਕਿਸਾਨੀ ਦੀ ਗੱਲ ਉਹਨਾਂ ਨੇ ਘੱਟੋ ਘੱਟ ਇੱਕ ਹਫ਼ਤਾ ਤੇ ਕਿਸਾਨੀ ਤੇ ਬਹੁਤ ਠੋਕ ਕੇ ਲਾਇਆ ਨਾ ਅੱਗੇ ਕਰਦੇ ਹੁਣ ਕਿਸਾਨਾਂ ਦੇ ਮੁੱਦੇ ਬਾਰੇ ਬਿਲਕੁਲ ਚੁੱਪ ਵੱਟ ਗਏ ਨੇ। ਪਰ ਕੱਲ ਨੂੰ ਜਿਹੜੀ ਉਹਨਾਂ ਦੀ ਦਿੱਲੀ 'ਚ ਗੈਰਹਾਜ਼ਰੀ ਲੱਗੀ ਆ, ਮੈਨੂੰ ਇਹ ਘੱਟੋ ਘੱਟ ਵਿਅਕਤੀਗਤ ਤੌਰ ਤੇ ਬਹੁਤ ਨਵਜੋਤ ਸਿੰਘ ਸਿੱਧੂ ਦੇ ਵਿਰੋਧ ਦੇ ਵਿੱਚ ਜਿਹੜੇ ਕਿਸਾਨ ਆਗੂ ਇਕੱਠੇ ਹੋਏ ਸਨ ਨਾ, ਉਹ ਕਹਿੰਦੇ ਇਹਨਾਂ ਨੂੰ ਜਦੋਂ ਬਿਜਲੀ ਮਹਿਕਮਾ ਦਿੱਤਾ ਸੀ ਇਹਨਾਂ ਨੂੰ ਪਤਾ ਸੀ ਕਿ ਬਿਜਲੀ ਮਹਿੰਗੀ ਦਿੱਤੀ ਜਾ ਰਹੀ ਹੈ, ਇਹਦੇ 'ਚ ਕੁਝ ਗੜਬੜੀਆਂ ਨੇ, ਇਹਨਾਂ ਨੇ ਉਦੋਂ ਮਹਿਕਮਾ ਸੰਭਾਲ ਕੇ ਉਹ ਗਲਤੀਆਂ ਨੂੰ ਦੂਰ ਕਿਉਂ ਨਹੀਂ ਕੀਤਾ? ਉਹਦਾ ਜਵਾਬ ਤਾਂ ਪਹਿਲੇ ਦੇ ਚੁੱਕੇ ਨੇ। ਉਹ ਕਹਿੰਦੇ ਜੀ ਕਿ ਬਿਜਲੀ ਮੰਤਰੀ ਕੁਝ ਨਹੀਂ ਹੈ, ਬਿਜਲੀ ਮੰਤਰੀ ਸਵਿਚ ਆਨ ਕਰ ਸਕਦਾ ਤੇ ਆਫ ਕਰ ਸਕਦਾ, ਉਹ ਨਾਂ ਦਾ ਮੰਤਰੀ ਹੈ। ਜਦੋਂ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਤੇ ਹਿੰਦੂਆਂ ਦੀ ਗੱਲ ਕਰਦੇ ਹਾਂ ਤੇ ਯਾਦ ਆਉਂਦੇ ਨੇ ਅਲਬਰਟਾ ਸਰਕਾਰ ਦੇ ਸਾਬਕਾ ਮੰਤਰੀ ਸਵਰਗੀ ਮਨਜੀਤ ਸਿੰਘ ਭੁੱਲਰ। ਭਾਰਤੀ ਹਾਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਮਤਲਬ ਬੜੀ ਚਰਚਾ ਹੋ ਰਹੀ ਹੈ। ਇੱਕ ਸੁਨੇਹੇ ਦੀ ਜਿਹੜਾ ਕਪਤਾਨ ਮਨਪ੍ਰੀਤ ਸਿੰਘ ਵੱਲੋਂ ਕਹਿੰਦੇ ਕਿ ਜਾਰੀ ਕੀਤਾ ਹੈ, ਅਸਲੀਅਤ ਕੀ ਹੈ ਸਾਰੇ ਮਾਮਲੇ? ਭਾਰਤ ਦੇ ਵਿੱਚ ਵੱਡੇ ਨਾਮਾਂ ਦੀ ਪੂਜਾ ਕੀਤੀ ਜਾਂਦੀ ਹੈ ਹਮੇਸ਼ਾ ਤੋਂ। ਮਨਪ੍ਰੀਤ ਸਿੰਘ ਨਾਮ ਵੱਡਾ ਨਹੀਂ ਸੀ ਪਰ ਕੰਮ ਬਹੁਤ ਵੱਡੇ ਨੇ ਉਸ ਨੌਜਵਾਨ। ਮਨਪ੍ਰੀਤ ਸਿੰਘ ਖਿਡਾਰੀ ਨੇ, ਉਹਨਾਂ ਨੇ ਇੰਨਾ ਜ਼ੋਰ ਲਗਾਇਆ, ਪਸੀਨਾ ਵਹਾਇਆ, ਖੂਨ ਵੀ ਨਿਕਲਿਆ ਹੋਵੇਗਾ, ਪਰ ਉਹਨਾਂ ਤੇ ਇਸ ਤਰ੍ਹਾਂ ਦਾ ਦਬਾਅ ਪਾਉਣਾ ਕਿਸੇ ਵੱਲੋਂ ਵੀ, ਚਾਹੇ ਸ਼ਰਾਰਤਨ ਚਾਹੇ ਇਰਾਦਤਨ, ਜਿਸ ਤਰ੍ਹਾਂ ਵੀ ਹੈ, ਇਹ ਜਾਇਜ਼ ਬਿਲਕੁਲ ਨਹੀਂ ਸੀ। ਪੰਜਾਬੀ ਨੈਸ਼ਨਲ ਟੀਵੀ ਦੇ ਦਰਸ਼ਕਾਂ ਦਾ ਵਿਚਾਰ ਚਰਚਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਅੱਜ ਦੇ ਪ੍ਰੋਗਰਾਮ 'ਚ ਗੱਲਾਂ ਬਾਤਾਂ ਹੋਣਗੀਆਂ ਕਿਸਾਨ ਸੰਸਦ ਵਿੱਚ ਸਿਆਸਤਦਾਨਾਂ ਦੀ ਹਾਜ਼ਰੀ, ਸਿੱਧੂ ਦੀਆਂ ਫੇਰੀਆਂ ਤੋਂ ਕੀ ਹਾਸਲ ਹੋ ਰਿਹਾ ਕਾਂਗਰਸ ਨੂੰ, ਚੀਨ ਤੇ ਭਾਰਤ ਦਰਮਿਆਨ ਹੁਣ ਕਿਹੜਾ ਸਮਝੌਤਾ ਹੋਇਆ, ਭਾਰਤੀ ਹਾਕੀ ਟੀਮ ਦੇ ਕਪਤਾਨ ਦੇ ਬਿਆਨ ਦੀ ਅਸਲੀਅਤ ਕੀ। ਇਸ ਤੋਂ ਇਲਾਵਾ ਕੁਝ ਹੋਰ ਮੁੱਦੇ ਵਿਚਾਰਾਂਗੇ ਆਪਣੇ ਮਾਹਿਰ ਮਹਿਮਾਨ ਦੇ ਨਾਲ ਤੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਕੁਲਦੀਪ ਸਿੰਘ ਹੀਰ ਜੀ। ਹੀਰ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਅੱਜ ਦੇ। ਸਤਿ ਸ਼੍ਰੀ ਅਕਾਲ ਜੀ। ਸ਼ੁਰੂਆਤ ਕਿਸਾਨ ਸੰਸਦ ਤੋਂ ਕਰਦੇ ਹਾਂ। ਸਿਆਸਤਦਾਨ ਫੇਰੀਆਂ ਤੇ ਫੇਰੀਆਂ ਬੰਨੀ ਬੈਠੇ ਨੇ, ਕੱਲ ਵੀ ਉੱਥੇ ਪਹੁੰਚੇ ਸਨ। ਉੱਥੇ ਦਾ ਮਾਹੌਲ ਕਿਵੇਂ ਦਾ ਰਿਹਾ? ਕਿਸਾਨਾਂ ਨੇ ਉਹਨਾਂ ਦਾ ਸਵਾਗਤ ਕੀਤਾ ਜਾਂ ਉਹਨਾਂ ਨੂੰ ਸਾਹਮਣੇ ਬਿਠਾ ਦਿੱਤਾ? ਇਹਦੇ ਬਾਰੇ ਤੁਸੀਂ ਖੁਲਾਸਾ ਕਰ ਦਿਓ। ਜੰਤਰ ਮੰਤਰ ਬੜੀ ਅਹਿਮ ਜਗ੍ਹਾ ਹੈ ਜੀ। ਜੰਤਰ ਮੰਤਰ ਤੋਂ ਕਈ ਵਾਰੀ ਇਸ ਦੇਸ਼ ਦੀ ਰਾਜਨੀਤੀ ਦਾ ਮੁੱਢ ਵੀ ਵੱਜਾ ਹੈ ਜੀ। ਤੇ ਜੋ ਅੰਦੋਲਨ ਅੰਨਾ ਹਜ਼ਾਰੇ ਨੇ ਚਲਾਇਆ ਸੀ ਉਹ ਵੀ ਉੱਥੇ ਆਸ-ਪਾਸ ਘੁੰਮਦਾ ਰਿਹਾ ਤੇ ਉਸ ਦੇ ਵਿੱਚੋਂ ਕੀ ਹਾਸਲ ਹੋਇਆ ਉਹ ਸਾਰੇ ਜਾਣਦੇ ਨੇ ਕਿ ਕਾਂਗਰਸ ਸਰਕਾਰ ਵਿਰੋਧੀ ਧਿਰ ਦੇ ਵਿੱਚ ਬੈਠ ਗਈ ਤੇ ਬਹੁਤ ਕਮਜ਼ੋਰ ਵਿਰੋਧੀ ਧਿਰ ਜੋ ਉਸ ਵੇਲੇ ਸੱਤਾ 'ਚ ਬਣੀ ਹੋਈ ਸੀ ਕਾਂਗਰਸ ਜੀ, ਤੇ ਕੁਝ ਕਾਂਗਰਸ ਦੇ ਆਗੂ ਜਿਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਅੰਨਾ ਹਜ਼ਾਰੇ ਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਭ੍ਰਿਸ਼ਟ ਨੇ ਜੀ, ਤੇ ਬਾਅਦ ਵਿੱਚ ਮੁਆਫੀ ਮੰਗਣੀ ਪਈ ਸੀ ਜੀ। ਪਰ ਅੰਨਾ ਹਜ਼ਾਰੇ ਕਾਂਗਰਸ ਸਰਕਾਰ ਦੀਆਂ ਜੜ੍ਹਾਂ ਵਿੱਚ ਬੈਠ ਗਏ। ਉਸ ਵਿੱਚੋਂ ਹਾਸਲ ਜੇ ਕੁਝ ਹੋਇਆ
ਤੇ ਨਰਿੰਦਰ ਮੋਦੀ ਨੂੰ, ਬਾਬਾ ਰਾਮਦੇਵ ਨੂੰ ਤੇ ਅਰਵਿੰਦ ਕੇਜਰੀਵਾਲ ਨੂੰ। ਜੀ ਇਹ ਸਾਡੀ ਪ੍ਰਾਪਤੀਆਂ ਜੰਤਰ ਮੰਤਰ ਦੀਆਂ ਹੀ ਨੇ। ਜੀ ਨਰਿੰਦਰ ਮੋਦੀ ਦਾ ਉਭਾਰ ਕਿਸੇ ਹੋਰ ਤਰੀਕੇ ਵੀ ਹੋ ਸਕਦਾ, ਪਰ ਕਾਂਗਰਸ ਦਾ ਡਾਊਨਫਾਲ ਜਿਹੜਾ ਸੀ ਉਹ ਜੰਤਰ ਮੰਤਰ ਦੇ ਅੰਦੋਲਨ ਤੋਂ ਮੁੱਢ ਪੱਜ ਗਿਆ ਸੀ। ਹੁਣ ਜੰਤਰ ਮੰਤਰ ਤੇ ਫੇਰ ਕਾਂਗਰਸੀ ਦੂਜੀ ਵਾਰੀ ਪੁੱਜੇ ਨੇ। ਜੀ ਪਹਿਲੀ ਵਾਰੀ ਤੇ ਉਦੋਂ ਸੀ ਜਦੋਂ ਪੂਰਾ ਅੰਦੋਲਨ ਸਿੰਘੂ ਸਰਹੱਦ ਤੇ ਭਖਿਆ ਹੋਇਆ ਸੀ ਤੇ ਸਾਰੀ ਦੁਨੀਆ ਦੀਆਂ ਨਜ਼ਰਾਂ ਉੱਥੇ ਲੱਗੀਆਂ ਸਨ ਜੀ ਤੇ ਦੁਨੀਆ ਦੇ ਵੱਡੇ ਵੱਡੇ ਗਾਇਕ, ਮਨੁੱਖੀ ਅਧਿਕਾਰਾਂ ਦੇ ਸੰਗਠਨਾਂ ਦੇ ਨੁਮਾਇੰਦੇ, ਆਗੂ, ਗਾਇਕ, ਕਲਾਕਾਰ ਸਾਰੇ ਉੱਥੇ ਪਹੁੰਚੇ ਸਨ। ਜੀ ਹਰ ਵਰਗ ਪੰਜਾਬ ਦਾ ਪਹੁੰਚਾ। ਜੇ ਸਕੂਲ ਬੰਦ ਸਨ, ਹੋਰ ਸਰਕਾਰੀ ਅਦਾਰੇ ਬੰਦ ਸਨ ਤੇ ਜਿੰਨੇ ਇੱਧਰੋਂ ਫ੍ਰੀ ਸਨ ਉਹ ਸਾਰੇ ਉੱਥੇ ਕਿਸਾਨਾਂ ਦੀ ਹਮਾਇਤ ਤੇ ਪਹੁੰਚੇ। ਜੀ ਵੱਡੇ ਪੱਧਰ ਤੇ ਰੌਲਾ ਪਿਆ ਦੁਨੀਆ ਵਿੱਚ। ਤੇ ਕਾਂਗਰਸੀ ਉਸ ਵੇਲੇ ਕੀ ਕਰ ਰਹੇ ਸੀ? ਜੀ ਕਾਂਗਰਸ ਵਾਲੇ ਉਸ ਵੇਲੇ ਵੀ ਜੰਤਰ ਮੰਤਰ ਤੇ ਬਹਿ ਗਏ ਸੀ ਜੀ ਤੇ ਜੰਤਰ ਮੰਤਰ ਤੇ ਇੱਕ ਉਹ ਵਾਦ ਵਿਵਾਦ ਜਿਹਾ ਵੀ ਉੱਠਿਆ ਸੀ। ਇੱਕ ਇੰਟਰਵਿਊ ਦੇ ਰਹੇ ਸਨ ਕਾਂਗਰਸੀ ਮੈਂਬਰ ਪਾਰਲੀਮੈਂਟ ਜੀ ਤੇ ਰੌਲਾ ਰੱਪਾ ਥੋੜਾ ਬਹੁਤਾ ਪਿਆ, ਪਰ ਬਹੁਤੀ ਉਹ ਗੱਲ ਉੱਠੀ ਨਹੀਂ। ਜੀ ਚਲੋ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਰਵਨੀਤ ਬਿੱਟੂ ਨੇ ਸੰਯੁਕਤ ਕਿਸਾਨ ਮੋਰਚੇ ਵੱਲ ਆਉਣ ਦਾ ਯਤਨ ਕੀਤਾ ਸੀ ਸਟੇਜ ਵੱਲ, ਜਿੱਥੇ ਉਹਨਾਂ ਨਾਲ ਗਾਲੀ ਗਲੋਚ ਹੋਇਆ, ਖਿੱਚਾਧੂ ਹੋਈ ਜੀ ਤੇ ਉਹ ਗੱਲਾਂ ਮਾੜੀਆਂ ਹੋਈਆਂ ਸਾਰੀਆਂ। ਪਰ ਕਾਂਗਰਸ ਉਸ ਵੇਲੇ ਥੋੜਾ ਜਿਹਾ ਪਿੱਛੇ ਹਟ ਗਈ ਇਸ ਅੰਦੋਲਨ ਤੋਂ, ਬਹੁਤਾ ਅੰਦੋਲਨ ਦੇ ਨਾਲ ਜੁੜ ਕੇ ਨਹੀਂ ਖਲੋਈ। ਜੀ ਪੰਜਾਬ ਦੇ ਵਿੱਚ ਹਾਲਾਤ ਵੱਖਰੇ ਰਹੇ। ਕਿਤੇ ਕਿਤੇ ਜੋ ਭਾਜਪਾ ਆਗੂਆਂ ਦਾ ਜੋ ਵਿਰੋਧ ਹਰਥਾਂ ਹੁੰਦਾ ਸੀ, ਜੀ ਕਿਤੇ ਕਿਤੇ ਅਕਾਲੀਆਂ ਦਾ ਤੇ ਕਾਂਗਰਸੀਆਂ ਦਾ ਵੀ ਹੋਣ ਲੱਗਾ। ਜੀ ਪਰ ਕਾਂਗਰਸੀ ਕੁੱਲ ਮਿਲਾ ਕੇ ਇਸ ਅੰਦੋਲਨ ਦੇ ਵਿੱਚੋਂ ਕਾਂਗਰਸ ਨੂੰ ਕੋਈ ਨੁਕਸਾਨ ਨਹੀਂ ਹੋਇਆ। ਕਾਂਗਰਸ ਫਾਇਦਾ ਵੀ ਨਹੀਂ ਉਠਾ ਸਕੀ ਜੀ ਪੰਜਾਬ ਤੋਂ ਇਲਾਵਾ। ਤੇ ਉਸ ਫਾਇਦੇ ਨੂੰ ਕੈਸ਼ ਕਰਨ ਲਈ ਜੋ ਜੰਤਰ ਮੰਤਰ ਤੇ ਕਿਸਾਨ ਸੰਸਦ ਲਾਉਣ ਦਾ ਇੱਕ ਵਧੀਆ ਫੈਸਲਾ ਜੋ ਕਿਸਾਨਾਂ ਨੇ ਲਿਆ ਜੀ ਕਿ ਕਿਸੇ ਰੌਲੇ ਰੱਪੇ ਤੋਂ ਦੂਰ ਨਿਯਮਬੱਧ ਤਰੀਕੇ ਦੇ ਨਾਲ 200 ਕਿਸਾਨ ਜਾਂਦੇ ਨੇ। ਹਰ ਜਥੇਬੰਦੀ ਨੂੰ 2, 3, 4, 5 ਪਾਸ ਮਿਲਦੇ ਨੇ ਰੋਜ਼ ਦੇ। ਜੀ ਉਹ ਜਾਂਦੇ ਨੇ ਆਪਣੀ ਸੰਸਦ, ਸਾਰਾ ਦਿਨ ਲਾ ਕੇ, ਗਰਮੀ ਦੇ ਵਿੱਚ ਲੰਗਰ ਵੀ ਚੱਲਦਾ ਹੈ ਉੱਥੇ ਜੀ ਤੇ ਕਈ ਲੋਕ ਉੱਥੇ ਆ ਕੇ ਬੋਲਦੇ ਨੇ। ਉਹ ਜਿਹੜੇ ਪੋਲੀਟੀਕਲ ਪਾਰਟੀਆਂ ਨਾਲ ਸੰਬੰਧਿਤ ਆਉਂਦੇ ਨੇ, ਜੀ ਕਿਸੇ ਦਾ ਵਿਰੋਧ ਨਹੀਂ ਕੀਤਾ ਗਿਆ, ਪਰ ਉਹ ਵਿਜ਼ਟਰ ਗੈਲਰੀ ਵਿੱਚ ਬੈਠਣ ਦਾ ਉਹਨਾਂ ਨੂੰ ਸੱਦਾ ਦਿੱਤਾ ਗਿਆ। ਜੀ ਇਸੇ ਤਰ੍ਹਾਂ ਕਾਂਗਰਸ ਦੀ ਪੂਰੀ ਕਰੀਮ ਜਿਹੜੀ ਸੀ, ਜਿਸ ਵਿੱਚ ਮੈਂਬਰ ਪਾਰਲੀਮੈਂਟ ਤੇ ਵੱਡੇ ਵੱਡੇ ਘਾਗ ਆਗੂ ਸਨ ਜਿਹੜੇ, ਉਹ ਉੱਥੇ ਪਹੁੰਚੇ। ਜੀ ਕਾਂਗਰਸ ਦੀ ਤਰਾਸਦੀ ਇਹ ਹੈ ਕਿ ਕਾਂਗਰਸ ਜਿੱਥੇ ਮੌਜੂਦ ਹੋਣੀ ਚਾਹੀਦੀ ਹੈ ਉੱਥੇ ਉਹਨਾਂ ਦੀ ਗਿਣਤੀ ਕੋਈ ਨਹੀਂ ਹੈ, ਜੀ ਉਹਨਾਂ ਦੀ ਆਵਾਜ਼ ਨਹੀਂ। ਜੀ ਕੁਝ ਕਹਿਣ ਲੱਗੇ ਤੁਸੀਂ? ਮੈਂ ਕਹਿਣ ਲੱਗੀ ਸੀ ਵੀ ਸਿਆਸਤਦਾਨ ਉੱਥੇ ਪਹੁੰਚ ਰਹੇ ਨੇ, ਉਹਨਾਂ ਨੂੰ ਅਸਲ ਦੇ ਵਿੱਚ ਫਾਇਦਾ ਕੀ ਹੋਏਗਾ ਜਾਂ ਕਿਸਾਨਾਂ ਦੀ ਮਦਦ ਕਿਵੇਂ ਕਰਨਗੇ? ਬੇਸਿਕਲੀ ਲਾਈਮ ਲਾਈਟ ਵਿੱਚ ਆਉਣ ਦਾ ਕੋਈ ਵੀ ਮੌਕਾ ਜਿਹੜਾ ਹੈ, ਉਹ ਕੋਈ ਵੀ ਸਿਆਸਤਦਾਨ ਜੋ ਸਿਆਸਤ ਦੀ ਦੁਨੀਆ ਦੇ ਵਿੱਚ ਹੈ ਜੀ ਤੇ ਆਪਣਾ ਨਾਂ ਚਮਕਾਉਣਾ ਚਾਹੁੰਦਾ ਤੇ ਅੱਗੇ ਆਉਣਾ ਚਾਹੁੰਦਾ, ਤੁਹਾਨੂੰ ਦੱਸ ਦੇਵੇਗਾ ਸਹਿਜੇ ਹੀ ਜੀ ਵੀ ਕਿਤੇ ਵੀ ਫੋਟੋ ਖਿਚਵਾਉਣ ਦਾ ਮੌਕਾ, ਕਿਤੇ ਵੀ ਖਬਰਾਂ ਵਿੱਚ ਆਉਣ ਦਾ ਮੌਕਾ ਤੇ ਚੰਗੇ ਕਾਰਨਾਂ ਕਰਕੇ ਉਹ ਖਿਜਾਉਣਗੇ ਨਹੀਂ, ਹਰ ਜਗ੍ਹਾ ਜਾਣਗੇ। ਜੀ ਉਹਨਾਂ ਦੀਆਂ ਭਾਵਨਾਵਾਂ ਇਸ ਵਿੱਚ ਕਿੰਨੀਆਂ ਕੁ ਸ਼ਾਮਲ ਨੇ? ਜੇ ਅਸੀਂ ਇਹ ਗੱਲ ਕਰੀਏ ਤੇ ਕਈ ਆਰਥਿਕ ਮਾਹਰ ਤੇ ਇਹ ਕਹਿ ਦਿੰਦੇ ਨੇ ਕਿ ਖੇਤੀ ਕਾਨੂੰਨ ਲਿਆਉਣ ਵਾਲੀ ਭਾਜਪਾ ਸਰਕਾਰ ਹੈ ਭਾਵੇਂ, ਜੀ ਪਰ ਇਹਨਾਂ ਦਾ ਮੁੱਢ ਤਾਂ ਡਾਕਟਰ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਹੀ ਵੱਜ ਗਿਆ ਸੀ, ਜੀ ਜਦੋਂ ਆਰਥਿਕ ਸੁਧਾਰਾਂ ਦੀ ਉਹ ਗੱਲ ਕਰਦੇ ਸਨ ਤੇ ਖੇਤੀ ਦੇ ਵਿੱਚ ਕਾਰਪੋਰੇਟ ਢਾਂਚੇ ਨੂੰ ਮਿਲਗੋਭਾ ਕਰਨ ਦਾ ਜੋ ਯਤਨ ਉਹਨਾਂ ਦਾ ਇੱਕ ਸੀ, ਜੀ ਇਹ ਉਹਨਾਂ ਆਸਾਂ ਨੂੰ ਹੀ ਬੂਰ ਪਿਆ। ਇਹ ਕੋਈ ਵੱਖਰਾ ਕੰਮ ਤਾਂ ਨਹੀਂ ਹੋਇਆ, ਥੋੜਾ ਜਿਹਾ ਜ਼ਿਆਦਾ ਰੈਡੀਕਲ ਤਰੀਕੇ ਨਾਲ ਇਸਨੇ ਨੇ ਕਰ ਲਿਆ ਹੋਵੇਗਾ ਜੀ ਤੇ ਸਟਰੋਂਗ ਤਰੀਕੇ ਨਾਲ ਕਰ ਲਿਆ ਹੋਵੇਗਾ, ਉਹ ਇੱਕ ਵੱਖਰੀ ਜਿਹੀ ਗੱਲ ਹੈ। ਜੀ ਕਿ ਕਾਂਗਰਸ ਦੇ ਵੇਲੇ ਕਾਂਗਰਸ ਅਗਰ ਇਸ ਤਰ੍ਹਾਂ ਦੇ ਕਾਨੂੰਨ ਲਿਆਉਣਾ ਚਾਹੁੰਦੀ ਤੇ ਕਾਂਗਰਸ ਕੁਝ ਕਰ ਸਕਦੀ ਸੀ ਕਿ ਨਹੀਂ? ਜੀ ਉਸ ਵੇਲੇ ਕਾਂਗਰਸ ਕੋਲ ਇੰਨੀ ਵੱਡੀ ਮੈਜੋਰਟੀ ਨਹੀਂ ਸੀ ਜਿੰਨੀ ਮੈਜੋਰਟੀ ਭਾਰਤੀ ਜਨਤਾ ਪਾਰਟੀ ਦੇ ਕੋਲ ਹੈ। ਜੀ ਅੱਜ ਸਹਿਯੋਗੀ ਦਲ ਵੀ ਜੋ ਐਨਡੀਏ ਹੈ, ਐਨਡੀਏ ਦੇ ਵਿੱਚੋਂ ਸਹਿਯੋਗੀ ਦਲ ਸਾਰੇ ਦੇ ਸਾਰੇ ਬਾਹਰ ਵੀ ਨਿਕਲ ਜਾਣ, ਜਿਵੇਂ ਅਕਾਲੀ ਦਲ ਨਿਕਲਿਆ ਜੀ ਤੇ ਭਾਜਪਾ ਨੂੰ ਅੱਜ ਦੀ ਡੇਟ ਵਿੱਚ ਕੇਂਦਰ ਵਾਲੀ ਸਰਕਾਰ ਦੇ ਵਿੱਚ ਘੱਟੋ ਘੱਟ ਕੋਈ ਫਰਕ ਨਹੀਂ ਪੈਂਦਾ। ਮੱਧ ਪ੍ਰਦੇਸ਼ ਦੇ ਵਿੱਚ ਇੱਕ ਤੋਂ ਹੋਰ ਸੂਬਿਆਂ 'ਚ ਪੈ ਸਕਦਾ ਹੈ, ਪਰ ਕੇਂਦਰ ਦੇ ਵਿੱਚ ਵਿਰੋਧੀ ਧਿਰਾਂ ਕਮਜ਼ੋਰ ਨੇ। ਇਸ ਗੱਲ ਦਾ ਬਾਖੂਬੀ ਫਾਇਦਾ ਉਠਾਇਆ ਤੇ ਕਾਨੂੰਨ ਜਿਹੜੇ ਨੇ ਪਾਸ ਕੀਤੇ ਨੇ। ਜੀ ਹੁਣ ਇਸੇ ਤਰ੍ਹਾਂ ਜਿਵੇਂ ਨਰਿੰਦਰ ਮੋਦੀ ਤੇ ਇਹ ਇਲਜ਼ਾਮ ਲੱਗਦਾ ਕਿ ਹਿੰਦੂਤਵ ਦਾ ਤੇ ਭਗਵਾਂ ਏਜੰਡਾ ਇਹ ਅੱਗੇ ਲੈ ਕੇ ਵਧੇ ਨੇ ਜੀ ਤੇ ਉਹ ਸਾਰਿਆਂ ਤੇ ਥੋਪ ਰਹੇ ਨੇ ਤੇ ਹਰ ਚੀਜ਼ ਤੇ ਉਸ ਚੀਜ਼ ਦਾ ਮੁਲੰਮਾ ਚਾੜਿਆ ਜਾ ਰਿਹਾ ਹੈ ਜੋਗੀ ਆਦਿੱਤਿਆਨਾਥ ਵੱਲੋਂ ਵੀ। ਜੀ ਪਰ ਇਹ ਵੀ ਆਖਿਆ ਜਾਂਦਾ ਹੈ ਕਈ ਮਾਹਰਾਂ ਵੱਲੋਂ ਕਿ ਇਸ ਦਾ ਮੁੱਢ ਤੇ ਅਟਲ ਬਿਹਾਰੀ ਵਾਜਪੇਈ ਨੇ ਰੱਖ ਦਿੱਤਾ ਸੀ, ਨੀਂਹ ਪੱਥਰ ਉਹਨਾਂ ਨੇ ਰੱਖ ਦਿੱਤਾ ਸੀ। ਲਾਲ ਕਨਹਈਆ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੇ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਆਗੂ ਸਨ ਜੀ ਜੋ ਇੱਕ ਖਾਸ ਸੰਸਥਾ ਦੀ ਉਪਜ ਸਨ ਤੇ ਉਹਨਾਂ ਦੇ ਵੇਲੇ ਤੋਂ ਹੀ ਇੱਧਰ ਨੂੰ ਤਿਆਰੀ ਚੱਲ ਪਈ ਸੀ। ਜੀ ਸੋ ਇਹ ਕੋਈ ਹੈਰਾਨੀਜਨਕ ਨਤੀਜੇ ਨਹੀਂ। ਹੁਣ ਕਾਂਗਰਸ ਵਾਲੇ ਉੱਥੇ ਗਏ ਨੇ, ਪਰ ਕਾਂਗਰਸ ਨੇ ਅੱਜ ਦੀ ਡੇਟ ਵਿੱਚ ਵੀ ਅਗਾਂਹ ਭਵਿੱਖ ਦਾ ਤੇ ਪਤਾ ਨਹੀਂ
ਜੇ ਇਤਿਹਾਸ ਨੂੰ ਫੋਲ ਲਿਆ ਜਾਵੇ ਆਜ਼ਾਦੀ ਤੋਂ ਬਾਅਦ ਦਾ ਲੰਬਾ ਸਮਾਂ ਤੇ ਰਾਜ ਕਾਂਗਰਸ ਨੇ ਕੀਤਾ ਹੈ ਜੀ ਤੇ ਕਿਸਾਨਾਂ ਦੀ ਇੰਨੀ ਮੰਦਹਾਲੀ ਕਿਉਂ ਹੋਈ ਹੈ, ਕਿਸਾਨਾਂ ਦੀ ਦੁਰਦਸ਼ਾ ਕਿਉਂ ਹੋਈ ਹੈ, ਜਦੋਂ ਕਿਸਾਨ ਨੂੰ ਦੇਸ਼ ਦਾ ਅੰਨਦਾਤਾ ਕਹਿਣ ਵਾਲੇ ਕੌਣ ਸਨ ਤੇ ਕਿਸਾਨ ਤੇ ਇਹ ਬੋਝ ਪਾਉਣ ਵਾਲੇ ਕੌਣ ਸਨ ਕਿ ਤੁਸੀਂ ਨਵੀਆਂ ਤਕਨੀਕਾਂ ਅਪਣਾ ਕੇ ਆਪਣਾ ਕੇ ਇਸ ਤਰ੍ਹਾਂ ਕਰਕੇ ਤੇ ਸਾਨੂੰ ਅਨਾਜ ਉਗਾ ਕੇ ਦਿਓ ਤਾਂ ਕਿ ਸਾਨੂੰ ਵਿਦੇਸ਼ਾਂ ਅੱਗੇ ਹੱਥ ਨਾ ਅੱਡਣੇ ਪੈਣ। ਜੀ ਤੇ ਫਿਰ ਕਿਸਾਨਾਂ ਦੀ ਇੰਨੀ ਹਾਲਤ ਪਤਲੀ ਕਿਉਂ ਆ? ਜੀ ਅੱਜ ਤੇ ਕਿਸਾਨ ਖੁਦਕੁਸ਼ੀਆਂ ਕਰਨ ਹੀ ਲੱਗੇ। ਕਿਸਾਨ ਖੁਦਕੁਸ਼ੀਆਂ ਤੇ 20 ਸਾਲਾਂ ਤੋਂ ਹੋ ਰਹੀਆਂ ਨੇ, ਬਲਕਿ ਜ਼ਿਆਦਾ ਹੀ ਹੋ ਸਕਦਾ ਹੁਣ। ਇਹਨਾਂ ਲਈ ਜ਼ਿੰਮੇਵਾਰ ਕਾਂਗਰਸ ਪਾਰਟੀ ਵੀ ਉਨੀ ਹੈ। ਠੀਕ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਕੁਝ ਕਾਨੂੰਨ ਲੈ ਆਂਦੇ ਨੇ ਜਿਸ ਨਾਲ ਸਿੱਧਾ ਕਿਸਾਨਾਂ ਦੇ ਗਲ ਨੂੰ ਹੱਥ ਪਾਇਆ ਜਾ ਰਿਹਾ ਹੈ, ਗਲਾਵੇਂ ਨੂੰ, ਪਰ ਕਾਂਗਰਸ ਇਸ ਦੇ ਵਿੱਚ ਬਰਾਬਰ ਦੀ ਜ਼ਿੰਮੇਵਾਰ ਰਹੀ ਹੈ ਕਿਸਾਨਾਂ ਦੀ ਮੰਦਹਾਲੀ ਲਈ। ਮੰਡੀਕਰਨ ਸਿਸਟਮ ਜਿੰਨੇ ਸੋਹਣੇ ਤਰੀਕੇ ਨਾਲ ਸ਼ੁਰੂਆਤ ਕੀਤੀ ਗਈ ਸੀ ਉਹਨੇ ਨਾਲ ਅਗਾਂਹ ਤੋਰਿਆ ਨਹੀਂ ਗਿਆ। ਕੋਰਪੋਰੇਟ ਸੰਸਥਾਵਾਂ ਜੋ ਕਿਸਾਨਾਂ ਲਈ ਰੀੜ੍ਹ ਦੀ ਹੱਡੀ ਦਾ ਕੰਮ ਕਰ ਸਕਦੀਆਂ ਸਨ ਉਹਨਾਂ ਨੂੰ ਮਜ਼ਬੂਤ ਨਹੀਂ ਕੀਤਾ ਗਿਆ। ਜਿਨ੍ਹਾਂ ਫਸਲਾਂ ਦੀ MSP ਦੇਣ ਦੀ ਗਰੰਟੀ ਕੀਤੀ ਗਈ ਸੀ ਉਹਨਾਂ ਵਿੱਚੋਂ 1 ਜਾਂ 2 ਜਾਂ ਹੱਦ 3 ਫਸਲਾਂ ਦੀ MSP ਜਿਹੜੀ ਆ ਉਹ ਦੇਸ਼ ਦੇ ਵਿਰਲੇ ਹਿੱਸਿਆਂ ਵਿੱਚ ਦਿੱਤੀ ਗਈ, ਬਹੁਤੇ ਹਿੱਸਿਆਂ ਵਿੱਚ ਲਗਾਤਾਰ ਨਹੀਂ ਦਿੱਤੀ ਗਈ। ਕਾਂਗਰਸ ਇਸ ਵਾਸਤੇ ਜ਼ਿੰਮੇਵਾਰ ਹੈ। ਹੁਣ ਗੱਲ ਕਰਦੇ ਹਾਂ ਵੀ ਉੱਥੇ ਪਹੁੰਚੇ ਨੇ, ਹੁਣ ਉੱਥੇ ਕਿਸਾਨ ਸੰਸਦ ਦੇ ਵਿੱਚ ਪਹੁੰਚੇ ਨੇ ਤੇ ਇਸ ਤਰ੍ਹਾਂ ਦੀਆਂ ਕੁਝ ਵੀਡੀਓ ਵੀ ਆਈਆਂ ਨੇ ਤੇ ਕੁਝ ਕਿਸਾਨ ਆਗੂਆਂ ਨਾਲ ਗੱਲਬਾਤ ਜੋ ਵਿਅਕਤੀਗਤ ਤੌਰ ਤੇ ਹੋਈ ਹੈ ਉਹਨਾਂ ਨੇ ਕਿਹਾ ਕਿ ਅਸੀਂ ਸਵਾਲ ਵੀ ਪੁੱਛੇ ਨੇ ਕਿ ਤੁਸੀਂ ਫਲਾਂ ਜਗ੍ਹਾ ਤੇ ਤੁਸੀਂ ਕਿੱਥੇ ਸੋ, ਤੁਸੀਂ ਕਿਸਾਨਾਂ ਪ੍ਰਤੀ ਕੀ ਕੀਤਾ, ਕੋਈ ਠੋਸ ਆਵਾਜ਼ ਬਣ ਕੇ ਲੋਕ ਸਭਾ ਦੇ ਵਿੱਚ ਕਿਉਂ ਨਹੀਂ ਉੱਪਰ ਸਕੇ। ਤੁਸੀਂ ਲੋਕ ਸਭਾ ਦੀ ਕਾਰਵਾਈ ਠੱਪ ਕੀਤੀ ਹੈ, ਨਹੀਂ ਚੱਲਣ ਦਿੱਤੀ, ਸਦਨ ਬੰਦ ਹੋ ਜਾਂਦਾ ਹੈ, ਕੁਝ ਹੋ ਜਾਂਦਾ, ਪਰ ਤੁਸੀਂ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਿਭਾਓ। ਕੀ ਕਾਂਗਰਸ ਜਿਵੇਂ ਪੰਜਾਬ ਦੇ ਵਿੱਚ ਵੱਡੇ ਵਾਅਦੇ ਹੋ ਰਹੇ ਨੇ ਇਸ ਵੇਲੇ, ਬਿਜਲੀ ਮੁੱਦਾ ਬਣ ਚੁੱਕਾ ਹੈ, ਕੀ ਕਾਂਗਰਸ ਜਿਹੜੀ ਹੈ ਇਸ ਨੂੰ ਕੇਂਦਰੀ ਪੱਧਰ ਤੇ ਮੁੱਦਾ ਬਣਾ ਕੇ ਲੋਕਾਂ ਸਾਹਮਣੇ ਕੁਝ ਕਹਿ ਸਕਦੀ ਹੈ ਠੋਸ ਤਰੀਕੇ ਨਾਲ ਕਿ ਸਾਡੀ ਸਰਕਾਰ ਆਉਣ ਤੇ ਕਿਸਾਨਾਂ ਲਈ ਅਸੀਂ ਆਹ ਕਰਾਂਗੇ। ਇਹ ਕੋਈ ਇੱਕ ਮੁੱਦਾ ਭਾਵੇਂ ਉਹ ਘੱਟ ਤੋਂ ਘੱਟ ਕੀਮਤ ਦਾ ਹੋਵੇ, ਫਸਲਾਂ ਦੀ ਖਰੀਦ ਦਾ ਹੋਵੇ, ਜਾਂ ਕੋਈ ਇਸ ਤਰ੍ਹਾਂ ਦਾ ਬਿੱਲ ਕਿ ਜਿਸ ਦੇ ਨਾਲ ਕਿਸਾਨਾਂ ਦੀ ਕੋਈ ਓਵਰਆਲ ਜਿਹੜੀ ਹੈ ਡਿਵੈਲਪਮੈਂਟ ਹੋ ਸਕੇ। ਇਸ ਤਰ੍ਹਾਂ ਦਾ ਕਿਹੜਾ ਬਿੱਲ ਉਹਨਾਂ ਨੇ ਕੋਈ ਲਿਆਉਣ ਦੀ ਕੋਈ ਗੱਲ ਕੀਤੀ ਹੋਵੇ? ਜੇ ਮੇਰੀ ਜਾਣਕਾਰੀ 'ਚ ਨਹੀਂ, ਜੇ ਤੁਹਾਡੀ ਜਾਣਕਾਰੀ 'ਚ ਹੋਵੇ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ। ਇਦਾਂ ਦਾ ਵੈਸੇ ਕੋਈ ਨਹੀਂ ਹੈਗਾ, ਬਸ ਵਿਰੋਧ ਹੋ ਰਿਹਾ ਹੈ। ਰਣਨੀਤੀ ਜਾਂ ਅਗਲਾ ਭਵਿੱਖ ਕੀ ਉਲੀਕਦੇ ਨੇ ਜਾਂ ਕੀ ਸੋਚਦੇ ਨੇ ਉਹਨਾਂ ਨੇ ਬਿਲਕੁਲ। ਮੈਂ ਉਹੀ ਗੱਲ ਕਰ ਰਿਹਾ, ਵੱਡੇ ਐਲਾਨਨਾਮੇ ਹੁਣ ਕੀਤੇ ਜਾ ਰਹੇ ਨੇ ਜਿਨ੍ਹਾਂ ਸਟੇਟਾਂ ਦੇ ਵਿੱਚ ਇਲੈਕਸ਼ਨਾਂ ਨੇ ਤੇ ਯੂਪੀ ਦੇ ਵਿੱਚ ਕਾਂਗਰਸ ਭਾਵੇਂ ਪੰਜਾਬ ਦੇ ਵਿੱਚ ਮੰਨਦੇ ਆ, ਰਾਏ ਇਹ ਹੈ ਕਿ ਕਾਂਗਰਸ ਬਾਕੀ ਨਾਲੋਂ ਬਿਹਤਰ ਸਥਿਤੀ ਦੇ ਵਿੱਚ ਹੈ। ਯੂਪੀ ਵਿੱਚ ਤੇ ਕੋਈ ਹਾਲ ਨਹੀਂ। ਰਾਹੁਲ ਗਾਂਧੀ ਜਿਹੜੇ ਕਿਸਾਨ ਸੰਸਦ ਵਿੱਚ ਪਹੁੰਚੇ ਹੋਏ ਸੀ ਕੱਲ, ਉਹ ਮੇਠੀ ਤੋਂ ਆਪਣੀ ਪਿਤਾ ਪੁਰਖੀ ਤੇ ਜਿਹੜੀ ਜੱਦੀ ਸੀਟ ਇੱਕ ਜਿਹਨੂੰ ਕਹਿ ਸਕਦੇ ਆ, ਇੱਕ ਅੱਡਾ ਪੱਕਾ ਉਹਨਾਂ ਨੇ ਬਣਾਇਆ ਹੋਇਆ ਸੀ, ਉਹ ਵੀ ਹਾਰ ਗਿਆ ਪਿਛਲੀ ਵਾਰੀ। ਇਸ ਤੋਂ ਪਤਲੀ ਹਾਲਤ ਕੀ ਹੋ ਸਕਦੀ ਹੈ? ਪ੍ਰਿਯੰਕਾ ਗਾਂਧੀ ਨੇ ਪੂਰਾ ਜ਼ੋਰ ਲਾ ਦਿੱਤਾ ਕਿ ਉਹ ਕਿਸੇ ਤਰੀਕੇ ਯੂਪੀ ਚੋਣਾਂ ਦੇ ਵਿੱਚ ਜਿਹੜਾ ਹੈ ਉਹ ਕਾਂਗਰਸ ਦੀ ਸਾਖ ਬਚਾਉਣ ਤੇ ਉਸ ਨੂੰ ਬਚਾਉਣ ਦੇ ਵਿੱਚ ਕਿਤੇ ਹੱਦ ਤੱਕ ਸਫਲ ਨਹੀਂ ਹੋਏ। ਕਾਂਗਰਸ ਜਿਸ ਨੇ ਇੰਨਾ ਲੰਬਾ ਸਮਾਂ ਯੂਪੀ 'ਚ ਰਾਜ ਕੀਤਾ ਅੱਜ ਕਿਸੇ ਗਿਣਤੀ 'ਚ ਨਹੀਂ ਹੈ। ਇਸ ਦਾ ਕੀ ਕਾਰਨ? ਹੁਣ ਕੀ ਯੂਪੀ ਦੇ ਵਿੱਚ ਖੇਤੀ ਨਹੀਂ ਹੁੰਦੀ? ਯੂਪੀ ਬਹੁਤ ਵੱਡੀ ਖੇਤੀ ਦੀ ਸਟੇਟ ਹੈ, ਪਰ ਕੁਛ ਇੱਕ ਏਰੀਏ ਨੂੰ ਛੱਡ ਕੇ ਬਾਕੀ ਹਾਲਤ ਬਹੁਤ ਪਤਲੀ ਹੈ ਕਿਸਾਨਾਂ ਦੀ। ਮੱਧ ਵਰਗੀ ਪੱਧਰ ਤੋਂ ਥੱਲੇ ਵਾਲੇ ਕਿਸਾਨਾਂ ਦੀ ਗਿਣਤੀ ਬਹੁਤ ਹੈ, ਉਹਨਾਂ ਬਾਰੇ ਕੁਝ ਨਹੀਂ ਸੋਚਿਆ ਜਾ ਰਿਹਾ। ਉਹਨਾਂ ਨੂੰ ਇਹ ਵੀ ਨਹੀਂ ਸਮਝ ਆ ਰਹੀ ਕਿ ਸਾਡੇ ਹੱਕ ਕੀ ਨੇ ਤੇ ਇਹ ਲੋਕ ਉਹਨਾਂ ਤੱਕ ਉਹ ਗੱਲ ਪਹੁੰਚਾਉਣ 'ਚ ਵੀ ਅਸਮਰੱਥ ਨੇ। ਸੋ ਸੰਸਦ ਦੇ ਵਿੱਚ ਜਾਣਾ ਸ਼ੁਭ ਸ਼ਗਨ ਤਾਂ ਹੋ ਸਕਦਾ ਹੈ ਕਿ ਕਿਸਾਨਾਂ ਨੂੰ ਇਸ ਪੱਧਰ ਤੇ ਸਮਝਿਆ ਕਾਂਗਰਸ ਦੇ ਕੇਂਦਰੀ ਆਗੂਆਂ ਨੇ ਵੀ ਇਹ ਕਿਸਾਨ ਹੁਣ ਇਸ ਪੱਧਰ ਤੇ ਆਏ ਹੁੰਦੇ, ਸਾਨੂੰ ਇਹਨਾਂ ਕੋਲ ਚੱਲ ਕੇ ਜਾਣਾ ਚਾਹੀਦਾ ਹੈ। ਪਰ ਕਿਸਾਨਾਂ ਪ੍ਰਤੀ ਕੋਈ ਠੋਸ ਫੈਸਲਾ ਜਾਂ ਕਿਸੇ ਤਰੀਕੇ ਦੀ ਕੋਈ ਉਮੀਦ ਉਹ ਨਹੀਂ। ਸਿਰਫ ਗਏ ਨੇ, ਉੱਥੇ ਬੈਠੇ ਨੇ ਤੇ ਆ ਗਏ ਨੇ, 2-4 ਗੱਲਾਂ ਕਿਸੇ ਨਾਲ ਕੀਤੀਆਂ ਹੋਣਗੀਆਂ, ਸਟੇਜ ਤੋਂ ਬੋਲਣ ਦਾ ਮੌਕਾ ਤਾਂ ਉੱਥੇ ਮਿਲਣਾ ਨਹੀਂ ਸੀ ਕਿਉਂਕਿ ਵਿਜ਼ਟਰ ਸਨ। ਸੋ ਕਾਂਗਰਸ ਦਾ ਇਹਨੂੰ ਕੋਈ ਪ੍ਰਾਪਤੀ ਵਜੋਂ ਨਹੀਂ ਗਿਣ ਸਕਦੇ, ਪਰ ਇਹ ਕਿਸਾਨਾਂ ਦੇ ਪੱਖ ਤੋਂ ਪ੍ਰਾਪਤੀ ਜ਼ਰੂਰ ਹੈ ਕਿ ਕਾਂਗਰਸੀ ਆਗੂ ਇਸ ਪੱਧਰ ਤੇ ਉੱਥੇ ਪਹੁੰਚੇ ਨੇ। ਤੇ ਕੁਲਦੀਪ ਜੀ, ਮੁੱਦਿਆਂ ਤੇ ਚਰਚਾ ਜਾਰੀ ਰੱਖਾਂਗੇ ਪਰ ਇਸ ਬ੍ਰੇਕ ਤੋਂ ਬਾਅਦ। ਸੋ ਦਰਸ਼ਕੋ, ਵਿਚਾਰ ਚਰਚਾ ਪ੍ਰੋਗਰਾਮ 'ਚ ਅਗਲੇ ਮੁੱਦੇ ਤੇ ਵਿਚਾਰ ਜਾਣਾਂਗੇ ਕੁਲਦੀਪ ਸਿੰਘ ਹੀਰ ਜੀ ਕੋਲੋਂ। ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ, ਉਮੀਦ ਤੁਹਾਡੀ, ਕੋਸ਼ਿਸ਼ ਸਾਡੀ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਤੇ ਕੁਲਦੀਪ ਜੀ, ਹੁਣ ਗੱਲ ਕਰਦੇ ਹਾਂ ਕਾਂਗਰਸੀ ਆਗੂ ਯਾਨੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ। ਜਦੋਂ ਤੋਂ ਪ੍ਰਧਾਨ ਬਣੇ ਨੇ ਉਦੋਂ ਤੋਂ ਬਸ ਕਾਰ ਤੇ ਸਵਾਰ ਨੇ, ਕਦੀ ਫਰੀਦਕੋਟ, ਕਦੀ ਮੋਗਾ, ਕਦੀ ਜਲੰਧਰ, ਕਦੀ ਬਠਿੰਡਾ। ਤੇ ਜਲੰਧਰ ਵਿੱਚ ਉਹਨਾਂ ਦੀ ਦੂਜੀ ਫੇਰੀ ਕੱਲ ਵੇਖਣ ਨੂੰ ਮਿਲੀ ਤੇ ਉਸ ਦੌਰਾਨ ਕਿਸਾਨਾਂ ਨੇ ਵੀ ਉਹਨਾਂ ਦਾ ਵਿਰੋਧ ਕੀਤਾ
ਇਹ ਫੇਰੀ ਕਿੱਥੇ ਦੀ ਸੀ, ਕੀ ਹਾਸਲ ਕਰਨਾ ਚਾਹੁੰਦੇ ਨੇ ਉਹ? ਜਿਹੜਾ ਉਹਨਾਂ ਨੇ ਬਿਆਨ ਦਿੱਤਾ ਸੀ ਸੋ ਕਾਲਡ ਤਾਜ਼ਪੋਸ਼ੀ ਤੋਂ ਬਾਅਦ ਜੀ ਕਿ ਪਿਆਸੇ ਨੂੰ ਕੂਏ ਕੋਲ ਜਾਣਾ ਪੈਂਦਾ, ਜੀ ਕੂਆ ਪਿਆਸੇ ਕੋਲ ਨਹੀਂ ਜਾਂਦਾ। ਜੀ ਤੇ ਕੱਲ ਸਾਰੇ ਕੂਏ ਜਿਹੜੇ ਸੀ ਉਹ ਪਿਆਸਿਆਂ ਕੋਲ ਗਏ ਹੋਏ ਸਨ। ਜੀ ਜੇ ਇਹਨਾਂ ਦੇ ਲਫ਼ਜ਼ਾਂ ਦੀ ਅਸੀਂ ਗੱਲ ਕਰੀਏ, ਜੀ ਉੱਥੇ ਉਹ ਕੀ ਲੈਣ ਗਏ ਸਨ? ਜੇ ਰਾਜਨੀਤਿਕ ਪੱਖ ਨੂੰ ਜਾਂ ਵੋਟਾਂ ਦੀ ਰਾਜਨੀਤੀ ਨੂੰ ਛੱਡ ਦਈਏ ਤੇ ਕਿਸਾਨਾਂ ਦਾ ਚੇਤਾ ਹੋਣਾ ਹੈ। ਉਹ ਗੱਲ ਅਸੀਂ ਕਰ ਚੁੱਕੇ ਹਾਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ। ਜੀ ਨਵਜੋਤ ਸਿੱਧੂ ਤੇ ਕੇਂਦਰਿਤ ਕਰਦੇ ਹਾਂ। ਨਵਜੋਤ ਸਿੱਧੂ ਜਿਸ ਦਿਨ ਦੇ ਪ੍ਰਧਾਨ ਥਾਪੇ ਗਏ ਨੇ, ਜੀ ਉਸ ਦਿਨ ਤੋਂ ਬਾਅਦ ਜਿੰਨੀ ਵੀ ਦੌੜ ਲਾਈ ਆ ਉਸ ਦੇ ਵਿੱਚੋਂ ਇੱਕੋ ਹੀ ਗੱਲ ਜਿਹੜੀ ਉੱਭਰ ਕੇ ਸਾਹਮਣੇ ਆਉਂਦੀ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਇਸ ਵੇਲੇ ਸਿਰਫ ਪੰਜਾਬ ਵਿੱਚ ਵੋਟਾਂ ਹਾਸਲ ਕਰਨ ਤੋਂ ਵੱਧ ਕੋਈ ਉਹਨਾਂ ਦਾ ਮੁੱਦਾ ਜਿਹੜਾ ਉਹਨਾਂ ਦੇ ਫੋਰਫਰੰਟ ਤੇ ਨਹੀਂ ਹੈ। ਜੀ ਹੁਣ ਬਾਦ ਵਿਵਾਦ ਤੇ ਉਹ ਖੜਾ ਕਰ ਵੀ ਲੈਂਦੇ ਨੇ, ਜੀ ਪਰ ਉਹ ਇਸ ਪੱਧਰ ਤੇ ਹਵਾ 'ਚ ਇੰਨਾ ਇਸ ਵੇਲੇ ਉੱਡ ਰਹੇ ਨੇ ਕਿ ਕਿਸੇ ਦਾ ਜਵਾਬ ਦੇਣਾ ਉਹ ਆਪਣੀ ਸੋਚ ਮੁਤਾਬਕ ਹੀ ਚੱਲਦੇ ਨੇ। ਜੀ ਜਦੋਂ ਉਹਨਾਂ ਨੂੰ ਦਿਲ ਕਰਦਾ ਹੈ ਤੇ ਖੂਬ ਬੋਲਦੇ ਨੇ ਸਟੇਜ ਤੇ, ਟਵਿੱਟਰ ਤੇ ਜਦੋਂ ਦਿਲ ਕਰਦਾ ਫਿਰ ਚੁੱਪ ਹੋ ਜਾਂਦੇ ਨੇ। ਜੀ ਇਸ ਤਰ੍ਹਾਂ ਔਨ ਆਫ ਵਾਲੀ ਰਾਜਨੀਤੀ ਉਹ ਕਰਦੇ ਰਹੇ ਨੇ। ਜੀ ਹੁਣ ਜਿਹੜੇ ਉਹਨਾਂ ਨੇ ਵਿਵਾਦਗ੍ਰਸਤ ਬਿਆਨ ਦਿੱਤੇ ਉਹਨਾਂ ਦੇ ਵਿੱਚ ਇੱਕ ਤਾਂ ਕੱਲ ਦੇ ਪ੍ਰੋਗਰਾਮਾਂ 'ਚ ਜ਼ਿਕਰ ਹੋ ਚੁੱਕਾ ਹੈ ਜੀ ਕਿ ਬਿਜਲੀ ਅਸੀਂ ਐਸ ਭਾਅ ਦਿਆਂਗੇ। ਜੀ ਸਰਕਾਰ ਤੇ ਤੁਹਾਡੀ ਹੈ। ਉਹਨਾਂ ਨੇ ਇਹ ਗੱਲ ਕੱਲ ਕੀਤੀ ਜਲੰਧਰ ਦੇ ਵਿੱਚ ਡੇਰਾ ਬੱਲਾਂ ਵਿਖੇ ਪਹੁੰਚੇ ਨੇ ਤੇ ਉਸ ਤੋਂ ਬਾਅਦ ਰਾਏਪੁਰ ਪਿੰਡ ਦੇ ਵਿੱਚ ਇੱਕ ਹੋਰ ਡੇਰੇ ਤੇ ਗਏ ਨੇ ਤੇ ਦੋਵਾਂ ਜਗ੍ਹਾ ਤੇ ਉਹਨਾਂ ਨੇ ਆਸ਼ੀਰਵਾਦ ਲਿਆ। ਜੀ ਦਲਿਤ ਭਾਈਚਾਰੇ ਨਾਲ ਸੰਬੰਧਿਤ ਇਹ ਦੋਵੇਂ ਡੇਰੇ ਨੇ ਜੀ ਤੇ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਇਸ ਸਮਾਜ ਦੇ ਦੱਬੇ ਕੁਚਲੇ ਵਰਗ ਦੇ ਸੰਤਾਂ ਨੂੰ, ਜਿਨ੍ਹਾਂ ਨੂੰ ਇਹ ਸਮਾਜ ਜਿਹੜਾ ਮੰਨਦਾ ਹੈ, ਜੀ ਉਹਨਾਂ ਕੋਲੋਂ ਆਸ਼ੀਰਵਾਦ ਲੈਣਾ ਮੈਂ ਚਾਹੁੰਦਾ ਸਾਂ ਤੇ ਉਹਨਾਂ ਦੇ ਹੱਕਾਂ ਦੀ ਗੱਲ ਅਸੀਂ ਕਰਨੀ ਹੈ ਜੀ ਤੇ ਅਸੀਂ ਇਹਨਾਂ ਨਾਲ ਮਿਲ ਬੈਠ ਕੇ ਚੱਲਣਾ। ਜੀ ਠੀਕ ਹੈ ਗੱਲ। ਤੁਸੀਂ ਜੇ ਤਾਂ ਵਾਕਿਆ ਹੀ ਇਸ ਨੀਅਤ ਦੇ ਨਾਲ ਹੋ ਜੀ ਕਿ ਉਹਨਾਂ ਦਾ ਕੁਝ ਕਰਨਾ ਹੈ ਤੇ ਉਹਨਾਂ ਦੇ ਹੱਕਾਂ ਦੀ ਗੱਲ ਕਰਨੀ ਹੈ ਤੇ ਫਿਰ ਆਓ ਕਰੋ। ਪਰ ਇੱਥੇ ਕੁਝ ਜਿਵੇਂ ਉਹਨਾਂ ਦਾ ਇੱਕ ਵਿਅਕਤੀਤਵ ਹੈ ਜੀ ਕਿ ਜਿੱਥੇ ਜਿਹੜੀ ਚੀਜ਼ ਉਹ ਸੋਚ ਕੇ ਆਉਂਦੇ ਨੇ ਫਿਰ ਉਵੇਂ ਹੀ ਬੋਲਦੇ ਨੇ। ਜੀ ਉਸ ਤੋਂ ਬਾਅਦ ਜੇ ਉਹਨਾਂ ਨੂੰ ਕੋਈ ਛੇੜਨ ਦਾ ਯਤਨ ਕਰੇ ਤੇ ਉਹ ਫਿਰ ਮੂੰਹ ਘੁੱਟ ਲੈਂਦੇ ਨੇ ਜਾਂ ਭੱਜ ਜਾਂਦੇ ਨੇ ਉੱਥੋਂ। ਜੀ ਖੈਰ ਰਾਜਨੀਤੀ ਉਹਨਾਂ ਨੇ ਖੂਬ ਪੜ੍ਹ ਲਈ ਹੈ, ਸਿੱਖ ਲਈ ਹੈ, ਇਸ ਗੱਲ ਤੋਂ ਕੋਈ ਸ਼ੱਕ ਨਹੀਂ। ਜੀ ਪ੍ਰਸ਼ਾਂਤ ਕਿਸ਼ੋਰ ਵਾਲਾ ਐਪੀਸੋਡ ਹੋਇਆ, ਜੀ ਮੈਂ ਇੱਕ ਦੋ ਅਖਬਾਰਾਂ ਦੇਖ ਰਿਹਾ ਸੀ ਪੰਜਾਬ ਦੀਆਂ, ਜੀ ਉਹਨਾਂ ਨੇ ਥੋੜਾ ਜਿਹਾ ਵੱਖ ਤਰੀਕੇ ਨਾਲ ਇਸ ਦਾ ਪਹਿਲੂ ਵੀ ਲਿਆ। ਜੀ। ਨਵਜੋਤ ਸਿੱਧੂ ਵਾਲੇ ਪੱਖ ਤੋਂ ਵੀ ਜੀ ਉਹਨਾਂ ਨੇ ਪ੍ਰਸ਼ਾਂਤ ਕਿਸ਼ੋਰ ਦੇ ਬਾਰੇ, ਇੱਕ ਅਖਬਾਰ ਨੇ ਤਾਂ ਇੱਥੋਂ ਤੱਕ ਲਿਖਿਆ ਹੈ ਕਿ ਪ੍ਰਸ਼ਾਂਤ ਕਿਸ਼ੋਰ ਸਿਰਫ ਜਿੱਤੀ ਹੋਈ ਬਾਜੀ ਜੇਤੂ ਵਾਲੇ ਪਾਸੇ ਹੀ ਖੜਾ ਹੋਣਾ ਜਾਣਦੇ ਨੇ, ਹਾਰ ਵਾਲੇ ਪਾਸੇ ਬਹੁਤਾ ਖੜੇ ਹੋਣਾ। ਹਾਲਾਂਕਿ ਉਹਨਾਂ ਨੇ ਕਈ ਜਗ੍ਹਾ ਤੇ ਚੋਣ ਰਣਨੀਤੀਕਾਰ ਵਜੋਂ ਚੋਣਾਂ ਹਾਰੀਆਂ ਵੀ ਨੇ, ਜੀ ਪਰ ਮੋਦੀ ਨੂੰ ਤਾਂ ਲਿਆਉਣ ਵਾਲੇ ਵੀ ਉਹ ਸੀ ਤੇ ਹੋਰ ਕੰਮਾਂ ਦੇ ਵਿੱਚ ਪਿਛਲੀ ਵਾਰੀ ਕਾਂਗਰਸ ਦੀ ਸਰਕਾਰ ਤੇ ਇਸ ਵਾਰੀ ਉਹਨਾਂ ਦੇ ਅਸਤੀਫੇ ਨੂੰ ਇਸ ਤਰ੍ਹਾਂ ਵੀ ਵੇਖਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਪੱਕਾ ਨਹੀਂ ਸੀ ਕਿ ਕਾਂਗਰਸ ਪੰਜਾਬ ਵਿੱਚ ਅਗਲੀਆਂ ਚੋਣਾਂ ਜਿੱਤ ਸਕਦੀ ਹੈ। ਜੀ ਪਰ ਨਵਜੋਤ ਸਿੰਘ ਸਿੱਧੂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਜੋ ਸੁਲ੍ਹਾ ਸਫਾਈ, ਸੋ ਕਾਲਡ ਸੁਲ੍ਹਾ ਸਫਾਈ ਜੀ ਜਾਂ ਇੱਕ ਸਮਝੌਤਾ ਜਿਹਾ ਜਿਹੜਾ ਉਸ ਨੂੰ ਕਰਾਉਣ ਦੇ ਵਿੱਚ ਹਰੀਸ਼ ਰਾਵਤ ਨਾਲੋਂ ਵੱਧ ਜਿਹੜਾ ਜ਼ੋਰ ਹੈ ਪ੍ਰਸ਼ਾਂਤ ਕਿਸ਼ੋਰ ਦਾ ਲੱਗਾ। ਜੀ ਤੇ ਨਵਜੋਤ ਸਿੰਘ ਸਿੱਧੂ ਦੀ ਅਪਲਿਫਟਿੰਗ ਤੇ ਪੰਜਾਬ ਦੇ ਰਾਜਨੀਤਿਕ ਪੱਧਰ ਤੇ ਨਵਜੋਤ ਸਿੰਘ ਸਿੱਧੂ ਦਾ ਉਭਾਰ, ਜੀ ਇਸ ਪ੍ਰਸ਼ਾਂਤ ਕਿਸ਼ੋਰ ਹੀ ਉਹਨਾਂ ਦਾ ਵੱਡਾ ਰੋਲ ਜਿਹੜਾ ਸਮਝਿਆ ਜਾ ਰਿਹਾ। ਜੀ ਹੁਣ ਨਵਜੋਤ ਸਿੰਘ ਸਿੱਧੂ ਕੀ ਕਰ ਰਹੇ ਨੇ? ਇੱਕ ਪਾਸੇ ਤੇ ਇਹਨਾਂ ਦੇ ਸਾਡੇ ਸਾਰੇ ਕਾਂਗਰਸੀ ਆਗੂ ਜਿਹੜੇ ਨੇ ਸੰਸਦ ਵਿੱਚ ਜਾ ਰਹੇ ਨੇ। ਜੀ ਇੱਕ ਦਿਨ ਪਹਿਲਾਂ ਦਾ ਘੱਟੋ ਘੱਟ ਪ੍ਰੋਗਰਾਮ ਬਣਿਆ ਹੋਇਆ ਕਿ ਉੱਥੇ ਜਾਣਾ ਸਾਰਿਆਂ ਨੇ ਇਕੱਠੇ ਹੋ ਕੇ, ਕਿਸਾਨ ਵੀ ਖੜੇ ਨੇ ਉਹਨਾਂ ਨੂੰ ਸਵਾਲ ਕਰਨ ਵਾਸਤੇ ਜੀ ਤੇ ਉਡੀਕਿਆ ਜਾ ਰਿਹਾ ਉਹਨਾਂ ਨੂੰ, ਸਾਰਾ ਮੀਡੀਆ ਵੀ ਉੱਥੇ ਪਹੁੰਚਿਆ ਹੋਇਆ। ਜੀ ਤੇ ਨਵਜੋਤ ਸਿੰਘ ਸਿੱਧੂ ਕਿਉਂ ਨਹੀਂ ਪਹੁੰਚੇ ਉੱਥੇ? ਜੀ ਇਸ ਵੇਲੇ ਠੀਕ ਹੈ ਜਾਣਾ ਚਾਹੀਦਾ, ਇਸ ਗੱਲ ਨਹੀਂ ਕਿ ਦਲਿਤ ਭਾਈਚਾਰੇ ਦੇ ਜਿਹੜੇ ਸਥਾਨ ਨੇ ਜਾਂ ਕਿਤੇ ਵੀ ਜਾਣਾ ਹੈ, ਭਾਵੇਂ ਦਲਿਤ ਭਾਈਚਾਰੇ ਨਾਲ ਸੰਬੰਧਿਤ ਹੋਣ, ਜਿੱਥੇ ਵੀ ਹੋਣ, ਉਹਨਾਂ ਨੂੰ ਜਾਣਾ ਚਾਹੀਦਾ। ਜੀ ਆਗੂ ਵਜੋਂ ਜਾਂ ਇੱਕ ਵਿਅਕਤੀਗਤ ਤੌਰ ਤੇ ਜਿਵੇਂ ਵੀ ਉਹ ਠੀਕ ਸਮਝਦੇ ਨੇ, ਜਿੱਥੇ ਜਾਣ ਲਈ ਉਹ ਆਜ਼ਾਦ ਨੇ। ਜੀ ਪਰ ਕੱਲ ਦੇ ਦਿਨ ਜਿੱਥੇ ਉਹਨਾਂ ਦੇ ਕੇਂਦਰੀ ਲੀਡਰਸ਼ਿਪ ਉੱਥੇ ਪਹੁੰਚੀ ਹੋਈ ਸੀ, ਨਵਜੋਤ ਸਿੰਘ ਸਿੱਧੂ ਉੱਥੇ ਪਹੁੰਚਦੇ ਤੇ ਘੱਟੋ ਘੱਟ ਬੈਠ ਕੇ ਸੁਣਦੇ ਤਾਂ ਸਹੀ। ਜੀ ਇਹ ਉਹਨਾਂ ਨੂੰ ਆਦਤ ਨਹੀਂ ਹੈ ਵੈਸੇ ਜੀ। ਵੀ ਕਿਤੇ ਉਹ ਬੈਠੇ ਹੋਣ ਕਾਫੀ ਸਾਰੇ ਬੰਦਿਆਂ ਦੇ ਵਿੱਚ ਤੇ ਉਹ ਸਿਰਫ ਸੁਣਦੇ ਰਹਿਣ ਜੀ ਤੇ ਉੱਥੇ ਉਹਨਾਂ ਨੂੰ ਬੋਲਣ ਦਾ ਮੌਕਾ ਨਾ ਮਿਲੇ। ਜੀ ਮੇਰਾ ਖਿਆਲ ਤਾਂ ਇਸੇ ਕਰਕੇ ਨਹੀਂ ਗਏ, ਜੀ ਜਾਂ ਜਿਵੇਂ ਵਿਰੋਧ ਉਹਨਾਂ ਦਾ ਹੋਇਆ ਉੱਥੇ ਵੀ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਸੀ ਤੇ ਹੋ ਸਕਦਾ ਸੀ ਕਿ ਨਾਅਰੇਬਾਜ਼ੀ ਨਹੀਂ ਹੁੰਦੀ। ਜੀ ਤੇ ਜੀ ਤੁਸੀਂ ਕੁਝ ਕਹਿਣ ਲੱਗੇ ਸੀ? ਮੈਂ ਕਹਿਣਾ ਚਾਹ ਰਹੀ ਸੀ ਕਿ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਪ੍ਰਸ਼ਾਂਤ ਕਿਸ਼ੋਰ ਪਿਸਣਾ ਨਹੀਂ ਸੀ ਚਾਹੁੰਦੇ, ਇਸ ਕਰਕੇ ਸ਼ਾਇਦ ਉਹ ਲੰਬੇ ਹੋ ਗਏ ਨੇ। ਇੱਕ ਤਾਂ ਇਹ ਹੈ ਤੇ ਦੂਜਾ ਤੁਸੀਂ ਇਹਦਾ ਜਵਾਬ ਦੇ ਦਿਓ ਤੇ ਫਿਰ ਮੈਂ ਤੁਹਾਡੇ ਕੋਲ ਦੂਜਾ ਸਵਾਲ ਪੁੱਛ ਲਾਂ। ਦੂਸਰਾ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਮੇਰੇ ਖਿਆਲ ਵਿੱਚ ਕੱਲ ਘੱਟੋ ਘੱਟ ਜੰਤਰ ਮੰਤਰ ਤੇ ਜ਼ਰੂਰ ਹੋਣਾ ਚਾਹੀਦਾ ਸੀ। ਜੀ ਜਲੰਧਰ ਭਾਵੇਂ ਉਸ ਤੋਂ ਇੱਕ ਦਿਨ ਪਹਿਲਾਂ ਆ ਜਾਂਦੇ ਜਾਂ ਇੱਕ ਦਿਨ ਬਾਅਦ ਵਿੱਚ ਆ ਜਾਂਦੇ, ਜਾਂ ਜਿੱਥੇ ਵੀ ਉਹ ਜਾਣਾ ਚਾਹੁੰਦੇ ਨੇ ਉਹ ਜਾ ਸਕਦੇ ਨੇ। ਜੀ ਪਰ ਜੇ ਉਹ ਕੱਲ ਉੱਥੇ ਜਾਂਦੇ
ਤਾਂ ਉੱਥੇ ਸਾਨੂੰ ਕੁਝ ਵੱਖਰਾ ਰੰਗ ਵੇਖਣ ਨੂੰ ਮਿਲ ਸਕਦਾ ਸੀ, ਜੀ ਪਰ ਅਜਿਹਾ ਨਹੀਂ ਹੈ। ਹਾਲ ਦੀ ਘੜੀ ਉਹਨਾਂ ਦਾ ਧਿਆਨ ਜਿਹੜਾ ਹੈ ਉਹ ਸਿਰਫ ਵੋਟਾਂ ਤੇ ਹੈ। ਜੀ ਇੱਕ ਪਾਸੇ ਤੇ ਉਹ ਕਹਿੰਦੇ ਨੇ ਕਿ ਫਲਾਨਾ ਮਾਡਲ ਫੇਲ ਹੈ, ਜੀ ਪਰ ਮੈਨੂੰ ਇਸ ਤਰ੍ਹਾਂ ਜਾਪਦਾ ਹੈ ਕਿ ਸਭ ਕੁਝ ਜਿਹੜਾ ਹੈ ਰਾਜਨੀਤਿਕ ਪਾਰਟੀਆਂ ਵੱਲੋਂ ਉਹ ਅਰਵਿੰਦ ਕੇਜਰੀਵਾਲ ਦੇ ਮਾਡਲ ਤੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੀ ਚਾਹੇ ਡਿਪਟੀ ਸੀਐਮ, ਚਾਹੇ ਸੀਐਮ ਦਾ ਚਿਹਰਾ ਐਲਾਨਣ ਦੀ ਗੱਲ ਹੋਵੇ, ਜੀ ਚਾਹੇ ਬਿਜਲੀ ਦੇ ਨਾਂ ਤੇ ਉਹ ਜਿਹੜੇ ਕੋਈ ਲੋਕਾਂ ਨੂੰ ਰਹਿਤਾਂ ਦੇਣ ਦੀ ਗੱਲ ਹੋਵੇ, ਜੀ ਸਭ ਕੁਝ ਉਸੇ ਤਰੀਕੇ ਨਾਲ ਕੀਤਾ ਜਾ ਰਿਹਾ। ਜੀ ਹੁਣ ਉਸੇ ਤਰੀਕੇ ਦੇ ਤਹਿਤ ਜੇ ਚੱਲਣਾ ਚਾਹੁੰਦੇ ਨੇ ਤਾਂ ਫਿਰ ਤੇ ਸਿਰਫ ਵੋਟਾਂ ਵਾਲੀ ਰਾਜਨੀਤੀ ਹੈ, ਇਸ ਤੋਂ ਵੱਧ ਕੁਝ ਨਹੀਂ ਹੈ। ਜੀ ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਮੁੱਦੇ ਪਹਿਲਾਂ ਉਠਾਉਂਦੇ ਸੀ, ਕਿਸਾਨੀ ਦੀ ਗੱਲ ਉਹਨਾਂ ਨੇ ਘੱਟੋ ਘੱਟ ਇੱਕ ਹਫ਼ਤਾ ਤੇ ਕਿਸਾਨੀ ਤੇ ਬਹੁਤ ਠੋਕ ਕੇ ਲਾਇਆ ਨਾ ਅੱਗੇ, ਜਦੋਂ ਉਹ ਕਿਸੇ ਗਿਣਤੀ ਵਿੱਚ ਨਹੀਂ ਸਨ ਟਵਿੱਟਰ ਤੇ। ਜੀ ਤੇ ਕਿਸਾਨਾਂ ਦੀ ਗੱਲ ਉਹ ਕਰਦੇ ਕਰਦੇ ਹੁਣ ਕਿਸਾਨਾਂ ਦੇ ਮੁੱਦੇ ਬਾਰੇ ਬਿਲਕੁਲ ਚੁੱਪ ਵੱਟ ਗਏ ਨੇ। ਜੀ ਹੋ ਸਕਦਾ ਕੱਲ ਨੂੰ ਸ਼ੁਰੂ ਵੀ ਹੋ ਜਾਣ, ਜੀ ਪਰ ਕੱਲ ਨੂੰ ਜਿਹੜੀ ਉਹਨਾਂ ਦੀ ਦਿੱਲੀ 'ਚ ਗੈਰਹਾਜ਼ਰੀ ਲੱਗੀ ਆ, ਮੈਨੂੰ ਇਹ ਘੱਟੋ ਘੱਟ ਵਿਅਕਤੀਗਤ ਤੌਰ ਤੇ ਬਹੁਤ ਰੜਕਦੀ ਹੈ। ਤੇ ਕੁਲਦੀਪ ਜੀ, ਨਵਜੋਤ ਸਿੰਘ ਸਿੱਧੂ ਦੇ ਵਿਰੋਧ ਦੇ ਵਿੱਚ ਜਿਹੜੇ ਕਿਸਾਨ ਆਗੂ ਇਕੱਠੇ ਹੋਏ ਸਨ ਨਾ, ਉਹ ਕਹਿੰਦੇ ਇਹਨਾਂ ਨੂੰ ਜਦੋਂ ਬਿਜਲੀ ਮਹਿਕਮਾ ਦਿੱਤਾ ਸੀ, ਇਹਨਾਂ ਨੂੰ ਪਤਾ ਸੀ ਕਿ ਬਿਜਲੀ ਮਹਿੰਗੀ ਦਿੱਤੀ ਜਾ ਰਹੀ ਹੈ, ਇਹਦੇ 'ਚ ਕੁਝ ਗੜਬੜੀਆਂ ਨੇ, ਇਹਨਾਂ ਨੇ ਉਦੋਂ ਮਹਿਕਮਾ ਸੰਭਾਲ ਕੇ ਉਹ ਗਲਤੀਆਂ ਨੂੰ ਦੂਰ ਕਿਉਂ ਨਹੀਂ ਕੀਤਾ? ਉਹਦਾ ਜਵਾਬ ਤਾਂ ਪਹਿਲੇ ਦੇ ਚੁੱਕੇ ਨੇ। ਜੀ ਉਹ ਬੜਾ ਸੋਹਣਾ ਉਹਨਾਂ ਕੋਲ ਜਵਾਬ ਹੈ। ਜੀ ਉਹ ਕਹਿੰਦੇ ਜੀ ਕਿ ਬਿਜਲੀ ਮੰਤਰੀ ਕੁਝ ਨਹੀਂ ਹੈ, ਜੀ ਬਿਜਲੀ ਮੰਤਰੀ ਸਵਿਚ ਆਨ ਕਰ ਸਕਦਾ ਤੇ ਆਫ ਕਰ ਸਕਦਾ, ਉਹ ਨਾਂ ਦਾ ਮੰਤਰੀ ਹੈ। ਜੀ ਨਵਜੋਤ ਸਿੰਘ ਸਿੱਧੂ ਇਹ ਕਹਿੰਦੇ ਨੇ ਕਿ ਬਿਜਲੀ ਮੰਤਰੀ ਦੇ ਪੱਲੇ ਕੁਝ ਨਹੀਂ, ਜੀ ਇਹ ਕੰਮ ਜਿਹੜਾ ਹੈ ਬਿਜਲੀ ਸਮਝੌਤਿਆਂ ਕਰਕੇ ਬਿਜਲੀ ਮਹਿੰਗੀ ਹੈ। ਜੀ ਤੇ ਬਿਜਲੀ ਸਮਝੌਤੇ ਜਿਹੜੇ ਨੇ ਉਹ ਰੈਗੂਲੇਟਰੀ ਅਥਾਰਟੀ ਦੇ ਥਰੂ ਰੱਦ ਹੋਣੇ ਨੇ ਜਾਂ ਨਵੇਂ ਬਣਨੇ ਨੇ ਜਾਂ ਰੇਟ ਤੈਅ ਹੋਣੇ ਨੇ। ਜੀ ਤੇ ਇਹ ਕੰਮ ਜਿਹੜਾ ਹੈ ਰੈਗੂਲੇਟਰੀ ਅਥਾਰਟੀ, ਕੰਪਨੀਆਂ ਤੇ ਇਹਨਾਂ ਦੇ ਸਿਰ ਦੇ ਉੱਪਰ ਮੁੱਖ ਮੰਤਰੀ, ਸਿਰਫ ਉਹ ਕਰ ਸਕਦਾ ਹੈ। ਬਿਜਲੀ ਮਹਿਕਮਾ ਜਿਹੜਾ ਹੈ, ਬਿਜਲੀ ਮੰਤਰਾਲਾ ਜਿਹੜਾ ਹੈ, ਇਸ ਦੇ ਪੱਲੇ ਕੁਝ ਨਹੀਂ ਹੈ। ਨਵਜੋਤ ਸਿੰਘ ਸਿੱਧੂ ਇਸ ਦਾ ਜਵਾਬ ਆਪਣੇ ਤਰੀਕੇ ਨਾਲ, ਸੱਚਾਈ ਪਤਾ ਨਹੀਂ ਕੀ ਹੈ, ਜੀ ਇਹ ਹੁਣ ਉਹੀ ਜਾਣਦੇ ਨੇ ਕਿ ਕੱਲ ਨੂੰ ਨਵਜੋਤ ਸਿੰਘ ਸਿੱਧੂ ਕਿਸੇ ਉੱਚ ਅਹੁਦੇ ਤੇ ਬੈਠਦੇ ਨੇ, ਮੈਂ ਇਹੀ ਕਹਿਣ ਲੱਗੀ ਸੀ, ਤੇ ਫਿਰ ਕੱਲ ਨੂੰ ਬਿਜਲੀ ਮੰਤਰਾਲਾ ਹੁਣ ਉਹ ਬਿਜਲੀ ਮੰਤਰੀ ਨੂੰ ਦੇਣਗੇ ਜਾਂ ਆਪਣੇ ਕੋਲ ਰੱਖਣਗੇ? ਜੀ ਇਹੋ ਗੱਲਾਂ ਜਿਹੜੀਆਂ ਨੇ, ਇਹਨਾਂ ਦੇ ਜਵਾਬ ਉਹਨਾਂ ਨੂੰ ਦੇਣੇ ਪੈਣਗੇ। ਅਜੇ ਉਹ ਹਵਾ ਝੋਟ ਰਹੇ ਨੇ। ਜੀ ਉਹਨਾਂ ਦੀ ਗੱਡੀ ਵੱਡੀ ਹੈ, ਮਹਿੰਗੀ ਹੈ, ਤੇ ਉਸ ਵਿੱਚ ਕੰਫਰਟ ਜ਼ਿਆਦਾ ਹੈ, ਤੇ ਉਹਨਾਂ ਨੂੰ ਆਉਣ ਜਾਣ ਦੇ ਵਿੱਚ ਕੋਈ ਬਹੁਤੀ ਦਿੱਕਤ ਨਹੀਂ ਹੁੰਦੀ। ਤੇ ਬਿਜਲੀ ਦਾ ਬਿੱਲ ਸਰਦਾਰ ਹੋਣਾ ਨੇ ਜਦੋਂ ਰੌਲਾ ਪਿਆ ਤੇ ਉਦੋਂ ਭਰਿਆ, ਭਾਵੇਂ ਉਸ ਦਾ ਰੌਲਾ ਰੱਪਾ ਚੱਲ ਰਿਹਾ ਸੀ, ਪਰ ਬਿਜਲੀ ਮੰਤਰਾਲੇ ਬਾਰੇ ਉਹਨਾਂ ਨੇ ਮੰਤਰੀ ਹੋਣ ਦੇ ਨਾਤੇ ਜਿਹੜੇ ਕੰਮ ਕਰਨੇ ਚਾਹੀਦੇ ਸੀ ਉਹ ਨਹੀਂ ਕੀਤੇ, ਤਾਂ ਮਾੜੀ ਗੱਲ ਹੈ। ਜੀ ਤੇ ਕੁਲਦੀਪ ਜੀ, ਹੁਣ ਪੰਜਾਬ ਕਾਂਗਰਸ ਤੋਂ ਉੱਠ ਕੇ ਗੁਆਂਢੀ ਦੇਸ਼ ਵਾਲੇ ਪਾਸੇ ਜਾਂਦੇ ਆ, ਜਿੱਥੇ ਭਾਰਤ ਤੇ ਚੀਨ ਦਰਮਿਆਨ ਕਾਫੀ ਸਮੇਂ ਤੋਂ ਝੜਪਾਂ, ਮਤਲਬ LAC ਨੂੰ ਲੈ ਕੇ ਝਗੜਾ ਚੱਲ ਰਿਹਾ, ਤੇ ਹੁਣ ਚੀਨ ਤੇ ਭਾਰਤ ਦਰਮਿਆਨ ਨਵਾਂ ਕਿਹੜਾ ਸਮਝੌਤਾ ਹੋਇਆ? ਸਮਝੌਤਾ ਤੇ ਇਹੋ ਹੀ ਹੈ ਕਿ ਪਿਛਲੇ ਤਕਰੀਬਨ 1.5 ਕੁ ਸਾਲ ਤੋਂ ਜੀ 15 ਮਹੀਨੇ ਤੇ ਹੋ ਹੀ ਗਏ ਨੇ। ਜਿਹੜਾ ਵਾਦ ਵਿਵਾਦ ਹੈ ਨਾ ਭਾਰਤ ਤੇ ਚੀਨ ਦਾ, ਇਹ ਲੰਬਾ ਚੌੜਾ ਹੈ। ਜੀ ਉਹ ਬਾਰਡਰ ਲਾਈਨ ਇਹੋ ਜਿਹੀ ਹੈ ਕਿ ਉਹਦੇ ਬਾਰੇ ਡਿਸਪਿਊਟ ਕਦੀ ਖਤਮ ਹੋ ਨਹੀਂ ਸਕਦੇ। ਜੀ ਇਹ ਗੱਲ ਪੱਕੀ ਹੈ। ਜੰਗ ਵੀ ਇੱਕ ਹੋ ਚੁੱਕੀ ਹੈ, ਜੀ ਪਰ ਉਹ ਡਿਸਪਿਊਟ ਖਤਮ ਕਿੱਦਾਂ ਹੋਣਗੇ, ਇਹ ਤਾਂ ਗੱਲਬਾਤ ਦੇ ਜ਼ਰੀਏ ਹੀ ਹੈ ਨਾ, ਜੀ ਜਾਂ ਫੌਜੀ ਤਾਕਤ ਦੇ ਜ਼ਰੀਏ। ਹੁਣ ਫੌਜੀ ਤਾਕਤ ਦੋਵੇਂ ਦੇਸ਼ ਇੱਕ ਦੂਸਰੇ ਤੇ ਵਰਤਣਾ ਨਹੀਂ ਚਾਹੁੰਦੇ, ਪਰ ਪਿਛਲੇ ਸਾਲ ਜਿਹੜੀ ਹੱਥੋਂ-ਪਾਈ ਹੋਈ ਸੀ, ਜੀ ਉਸ ਦੇ ਵਿੱਚ ਭਾਰਤੀਆਂ ਨੇ ਤੇ ਮੰਨ ਲਿਆ ਕਿ ਸਾਡੇ ਇੰਨੀ ਗਿਣਤੀ ਵਿੱਚ ਫੌਜੀ ਜਿਹੜੇ ਨੇ ਜਵਾਨ ਸ਼ਹੀਦ ਹੋਏ ਨੇ। ਜੀ ਚੀਨ ਵਾਲੇ ਚੁੱਪ ਗੁੜਪ, ਜਿਵੇਂ ਉਹਨਾਂ ਦਾ ਅੰਦਾਜ਼ ਹੀ ਹੈ, ਜੀ ਕੋਈ ਜਾਣਕਾਰੀ ਚੀਨ ਤੋਂ ਬਾਹਰ ਜਾ ਨਹੀਂ ਸਕਦੀ, ਤੇ ਜਾਏਗੀ ਤੇ ਉਹਨਾਂ ਦੀ ਆਪਣੀ ਮਰਜ਼ੀ ਦੀ ਜਾਏਗੀ। ਜੀ ਉਹ ਕੀ ਕਹਿੰਦੇ ਨੇ, ਕੀ ਸੋਚਦੇ ਨੇ, ਸਾਰਾ ਕੁਝ ਉਹਨਾਂ ਨੂੰ ਪਤਾ ਹੁੰਦਾ। ਚੀਨ ਵਾਲੇ ਉਹ ਇਸ ਮਾਮਲੇ ਤੇ ਚੁੱਪ ਰਹੇ। ਡੋਕਲਮ ਵਿਵਾਦ ਤੇ ਹੋਰ ਵਿਵਾਦਾਂ ਤੇ ਜਿੱਥੇ ਵੀ ਲੜਾਈਆਂ ਹੋਈਆਂ, ਜੀ ਸਾਰੇ ਮਾਮਲਿਆਂ ਦੇ ਵਿੱਚ ਉਹਨਾਂ ਦੀ ਭੂਮਿਕਾ ਜਿਹੜੀ ਉਹ ਸ਼ੱਕੀ ਹੀ ਰਹੀ ਹੈ। ਜੀ ਪਰ ਹੁਣ ਫਿਰ ਥੋੜੀ ਜਿਹੀ ਕੋਈ ਸਿਆਣੇ ਸਿਰ ਜੁੜ ਬੈਠੇ ਨੇ। ਜੀ ਪਿਛਲੇ ਦਿਨਾਂ ਤੋਂ ਜੁਲਾਈ ਮਹੀਨੇ ਦੇ ਅਖੀਰ ਦੇ ਵਿੱਚ ਕੁਝ ਮੀਟਿੰਗਾਂ ਜਿਹੜੀਆਂ ਸੀ ਉਹ ਸਰਹੱਦਾਂ ਦੇ ਉੱਤੇ ਚੱਲ ਰਹੀਆਂ। ਜੀ ਇੱਧਰਲੇ ਉੱਚ ਅਧਿਕਾਰੀ ਤੇ ਚੀਨ ਦੇ ਉੱਚ ਅਧਿਕਾਰੀ ਉੱਥੇ ਕਿਸੇ ਨਾ ਕਿਸੇ ਪੋਸਟ ਤੇ ਬੈਠ ਕੇ ਜਿਹੜੀ ਇਹ ਮਾਮਲਾ ਕੋਈ ਨਾ ਕੋਈ ਡਿਸਕਸ ਕਰਦੇ ਨੇ ਕਿ ਸਾਨੂੰ ਕੀ ਕਰਨਾ ਚਾਹੀਦਾ। ਇਹ 2-3 ਪੋਸਟਾਂ ਸਨ ਜਿੱਥੇ ਤਣਾਅ ਬਣਿਆ ਹੋਇਆ ਸੀ, ਉੱਥੋਂ ਉਹਨਾਂ ਨੇ ਪਿੱਛੇ ਹਟਣ ਦਾ ਫੈਸਲਾ ਲਿਆ। ਅਜੇ 3-4 ਏਰੀਏ ਹੋਰ ਇਦਾਂ ਦੇ ਨੇ ਜਿੱਥੇ ਫੌਜਾਂ ਇੱਕ ਦੂਸਰੇ ਦੇ ਸਾਹਮਣੇ ਹਥਿਆਰ ਚੁੱਕ ਕੇ ਖਲੋਤੀਆਂ ਹੋਈਆਂ ਨੇ, ਉਹਨਾਂ ਦੇ ਬਾਰੇ ਗੱਲਬਾਤ ਬਾਅਦ 'ਚ ਹੋਵੇਗੀ। ਪਰ ਹਾਲ ਦੀ ਘੜੀ ਇਹ ਲੱਦਾਖ ਦੇ ਖੇਤਰ ਦੇ ਵਿੱਚ ਇੱਕ ਜਗ੍ਹਾ ਤੋਂ ਘੱਟੋ ਘੱਟ ਇਹਨਾਂ ਨੇ ਸਮਝੌਤਾ ਕਰ ਲਿਆ ਕਿ ਇਸ ਜਗ੍ਹਾ ਤੋਂ ਸਾਡੇ ਜਿਹੜੇ ਹਥਿਆਰਬੰਦ ਲੋਕ ਨੇ ਜਾਂ ਹਥਿਆਰਬੰਦ ਫੌਜੀ ਨੇ, ਉਹਨਾਂ ਨੂੰ ਅਸੀਂ ਪਿੱਛੇ ਲੈ ਜਾਵਾਂਗੇ ਤੇ ਉਹਨਾਂ ਕੋਲ ਫਲਾਣੇ ਜਗ੍ਹਾ ਤੇ ਹਥਿਆਰ ਹੋਣਗੇ ਜਾਂ ਨਹੀਂ ਹੋਣਗੇ, ਤੇ ਇਸ ਜਗ੍ਹਾ ਤੇ ਗਸ਼ਤ ਵੀ ਨਹੀਂ ਕਰਾਂਗੇ। ਇਹ ਵੀ ਉਹਨਾਂ ਨੇ ਤੈਅ ਕਰ ਲਿਆ। ਤੇ ਇਸ ਬਾਰੇ ਜਿਹੜਾ ਇੱਕ ਬੇਸਿਕ ਜਿਹਾ ਸਮਝੌਤਾ
ਤੈਅ ਕਰ ਲਿਆ ਗਿਆ ਤੇ ਇਹਦੇ ਬਾਰੇ ਕੋਈ ਇਹ ਚੰਗੀ ਖਬਰ ਹੀ ਮੈਂ ਕਹਿ ਸਕਦਾ ਜੀ। ਕਿ ਤਣਾਅ ਜਿਹੜਾ ਘਟਣਾ ਚਾਹੀਦਾ ਸਰਹੱਦਾਂ ਤੇ। ਜੀ। ਇਹ ਕਈ ਜਗ੍ਹਾ ਤੇ ਤਣਾਅ ਹੈ ਤੇ ਦੂਰ ਦੂਰ ਤੱਕ ਇਸ ਦੀਆਂ ਖਬਰਾਂ ਆਉਂਦੀਆਂ ਨੇ। ਅਰੁਣਾਚਲ ਪ੍ਰਦੇਸ਼ ਦੇ ਇੱਕ ਏਰੀਏ ਦੇ ਵਿੱਚ ਚੀਨ ਵੱਲੋਂ ਇੱਕ ਪਿੰਡ ਵੀ ਵਸਾ ਲਿਆ ਜਾਣ ਦੀ ਖਬਰ ਸੀ, ਜਿਸ ਬਾਰੇ ਭਾਰਤ ਸਰਕਾਰ ਅਜੇ ਤੱਕ ਚੁੱਪ ਹੈ, ਬਹੁਤਾ ਕੋਈ ਦੱਸਿਆ ਨਹੀਂ। ਚੀਨ ਨੇ ਕਿਹਾ ਸੀ ਕਿ ਅਸੀਂ ਆਪਣੇ ਏਰੀਏ 'ਚ ਬਣਾਇਆ, ਜਦ ਕਿ ਸੈਟੇਲਾਈਟ ਦੀਆਂ ਫੋਟੋ ਜਿਹੜੀਆਂ ਸੀ ਉਹ ਕੁਝ ਹੋਰ ਦਿਖਾਉਂਦੀਆਂ ਸੀ ਕਿ ਉਹ ਖੇਤਰ ਭਾਰਤ ਦੇ ਅਧੀਨ ਸੀ ਤੇ ਇੱਕ ਦਰਿਆ ਦੇ ਕੰਢੇ ਤੇ ਇੱਕ ਛੋਟਾ ਜਿਹਾ ਸੋਹਣਾ ਜਿਹਾ ਪਿੰਡ ਜਿਹੜਾ ਚੀਨ ਨੇ ਨਵਾਂ ਖੜਾ ਕਰ ਲਿਆ। ਸੋ ਵਿਵਾਦ ਚੱਲਦੇ ਰਹਿਣੇ ਨੇ। ਚੀਨ ਵਪਾਰ ਠੋਕ ਕੇ ਭਾਰਤ ਦੇ ਵਿੱਚ ਕਰ ਰਿਹਾ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਭਾਰਤ ਦਾ ਬਾਜ਼ਾਰ ਜਿਹੜਾ ਹੈ ਇਸ ਵੇਲੇ ਚੀਨੀ ਵਸਤਾਂ ਦੇ ਨਾਲ ਭਰਿਆ ਹੋਇਆ। ਬੈਨ ਪਰ ਇਕੱਲੇ ਟਿਕਟੌਕ ਤੇ ਜਾਂ ਇੱਕ ਦੋ ਹੋਰ ਐਪਾਂ ਤੇ ਲੱਗਾ ਸੀ। ਇਹ ਕੋਈ ਬਹੁਤੀ ਚੰਗੀ ਗੱਲ ਨਹੀਂ। ਵਪਾਰ ਨੂੰ ਦਵੱਲੇ ਪਾਸਿਓਂ ਵਧੀਆ ਚਲਾਉਣ ਲਈ ਸਰਕਾਰਾਂ ਨੂੰ ਵੀ ਪਹਿਲ ਕਰਨੀ ਚਾਹੀਦੀ ਹੈ ਤਾਂ ਕਿ ਫਾਇਦਾ ਹੋਵੇ ਸਾਰਿਆਂ ਨੂੰ। ਤੇ ਕੁਲਦੀਪ ਜੀ, ਆਪਾਂ ਵਿਚਾਰਾਂ ਤੇ ਚਰਚਾ ਜਾਰੀ ਰੱਖਾਂਗੇ ਪ੍ਰੈਸ ਬ੍ਰੇਕ ਤੋਂ ਬਾਅਦ। ਸੋ ਦਰਸ਼ਕੋ, ਵਿਚਾਰ ਚਰਚਾ ਪ੍ਰੋਗਰਾਮ 'ਚ ਅਗਲੇ ਕਿਹੜੇ ਮੁੱਦੇ ਤੇ ਜਾਣਾਂਗੇ ਕੁਲਦੀਪ ਜੀ ਦੇ ਵਿਚਾਰ। ਤੁਸੀਂ ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਪੰਜਾਬੀ ਨੈਸ਼ਨਲ ਟੀਵੀ ਦੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਕਰਦੇ ਹਾਂ। ਤੇ ਕੁਲਦੀਪ ਜੀ, ਆਪਾਂ ਚੀਨ ਦੀ ਗੱਲ ਕਰ ਲਈ ਤੇ ਹੁਣ ਅਫਗਾਨਿਸਤਾਨ ਦੀ ਤੇ ਪਾਕਿਸਤਾਨ, ਇਹ ਵੀ ਸਾਡੇ ਗੁਆਂਢੀ ਨੇ, ਇਹਨਾਂ ਦੀ ਗੱਲ ਕਰਨੀ ਵੀ ਬਣਦੀ ਹੈ ਕਿਉਂਕਿ ਇਸ ਵੇਲੇ ਅਫਗਾਨਿਸਤਾਨ 'ਚ ਤਾਲਿਬਾਨੀਆਂ ਦਾ ਰੌਲਾ ਹੈ ਤੇ ਇਸ ਦੌਰਾਨ ਘੱਟ ਗਿਣਤੀ ਭਾਈਚਾਰੇ ਖਤਰੇ ਦੇ ਵਿੱਚ ਨੇ। ਤੇ ਕਿਵੇਂ ਲੱਗਦਾ ਹੈ ਕਿ ਤੁਹਾਨੂੰ ਸਿੱਖ ਭਾਈਚਾਰੇ ਦਾ ਤੇ ਖਤਰਾ ਜ਼ਿਆਦਾ ਮੰਡਰਾ ਰਿਹਾ? ਜਦੋਂ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਤੇ ਹਿੰਦੂਆਂ ਦੀ ਗੱਲ ਕਰਦੇ ਹਾਂ ਜੀ, ਖਾਸ ਤੌਰ ਤੇ ਸਿੱਖ ਭਾਈਚਾਰੇ ਦੀ, ਤੇ ਯਾਦ ਆਉਂਦੇ ਨੇ ਅਲਬਰਟਾ ਸਰਕਾਰ ਦੇ ਸਾਬਕਾ ਮੰਤਰੀ ਸਵਰਗੀ ਮਨਮੀਤ ਸਿੰਘ ਭੁੱਲਰ। ਬਹੁਤ ਥੋੜ੍ਹੀ ਜਿਹੀ ਉਮਰ ਦੇ ਵਿੱਚ ਹੀ ਸਾਨੂੰ ਅਲਵਿਦਾ ਉਹ ਆ ਗਿਆ ਸੀ। ਉਹ ਵੀ ਇਸ ਤਰੀਕੇ ਨਾਲ ਕਿ ਇੱਕ ਐਕਸੀਡੈਂਟ ਹੋਇਆ ਸੀ ਹਾਈਵੇ ਦੇ ਉੱਪਰ। ਉਹਨਾਂ ਨੇ ਦੇਖਿਆ ਕਿ ਕੋਈ ਐਕਸੀਡੈਂਟ ਹੋਇਆ ਤੇ ਕਿਸੇ ਨੂੰ ਮਦਦ ਦੀ ਜ਼ਰੂਰਤ ਹੈ। ਉਹਨਾਂ ਨੇ ਗੱਡੀ ਸਾਈਡ ਤੇ ਲਗਾਈ ਤੇ ਉਤਰੇ ਨੇ ਬਾਹਰ, ਤੇ ਇੱਕ ਟਰੱਕ ਨੇ ਉਹਨਾਂ ਨੂੰ ਲਪੇਟ ਦੇ ਵਿੱਚ ਲੈ ਲਿਆ ਤੇ ਉੱਥੇ ਮਨਮੀਤ ਸਿੰਘ ਭੁੱਲਰ ਸਾਡੇ ਕੋਲੋਂ ਵਿਛੜ ਗਏ। ਮਨਮੀਤ ਸਿੰਘ ਭੁੱਲਰ ਤੇ ਉਹਨਾਂ ਦੇ ਪਰਿਵਾਰ ਨੇ ਇੱਕ ਬੀੜਾ ਚੁੱਕਿਆ ਹੋਇਆ ਸੀ। ਉਹਨਾਂ ਨੇ ਹਾਲਾਤ ਦੇਖੀ ਹੋਈ ਸੀ। ਮੇਰੀ ਜਿੰਨੀ ਕੋ ਮਨਮੀਤ ਸਿੰਘ ਭੁੱਲਰ ਨਾਲ ਗੱਲਬਾਤ ਇਸ ਵਿਸ਼ੇ ਤੇ ਹੋਈ ਸੀ ਵਿਅਕਤੀਗਤ ਤੌਰ ਤੇ, ਉਹਨਾਂ ਨੇ ਦੱਸਿਆ ਸੀ ਕਿ ਅਫਗਾਨਿਸਤਾਨ ਦੇ ਵਿੱਚ ਉਹ ਜਾ ਕੇ ਆਏ ਨੇ ਤੇ ਦੇਖਿਆ ਉਹਨਾਂ ਨੇ ਕਿ ਬਹੁਤ ਪਤਲੀ ਹਾਲਤ ਹੈ ਤੇ ਮਾਈਨੋਰਟੀਜ਼ ਦਾ ਉੱਥੇ ਕੋਈ ਬਹੁਤਾ ਚੰਗਾ ਹਾਲ ਨਹੀਂ, ਬਲਕਿ ਮਾੜਾ ਹਾਲ ਹੈ। ਉਸਦੇ ਇਹ ਕੋਈ ਹੁਣ ਇਹ ਨਹੀਂ ਕਿ ਅਸੀਂ ਸਿੱਖ ਹੋਣ ਦੇ ਨਾਤੇ ਜਿਵੇਂ ਮੁਸ਼ਕਲਾਂ ਝੱਲਦੇ ਰਹੇ ਨੇ ਇਤਿਹਾਸ ਦੇ ਵਿੱਚ, ਸਾਡੇ ਯੋਧੇ ਜੁਝਾਰੂ ਜੰਗਲਾਂ ਦੇ ਵਿੱਚ ਰਾਤਾਂ ਕੱਟ ਕੇ ਇਸ ਤਰ੍ਹਾਂ ਘੋੜਿਆਂ ਦੀਆਂ ਪਿੱਠਾਂ ਤੇ ਸੌਣ ਵਾਲੀ ਇਹ ਕੌਮ, ਤੇ ਉਹ ਕੋਈ ਇਸ ਤਰ੍ਹਾਂ ਡਰ ਕੇ ਭੱਜ ਜਾਵੇ ਕਿਸੇ ਤੋਂ, ਪਰ ਹਾਲਾਤ ਵੀ ਵੇਖਣੇ ਪੈਂਦੇ ਨੇ, ਮੌਕਾ ਵੀ ਵੇਖਣਾ ਪੈਂਦਾ, ਵਿਚਾਰਨਾ ਪੈਂਦਾ। ਅਫਗਾਨਿਸਤਾਨ ਦੇ ਵਿੱਚ ਦੱਸਿਆ ਜਾਂਦਾ ਕਿ ਕੁਝ ਇਤਿਹਾਸਿਕ ਗੁਰੂ ਘਰ ਹਨ। ਇਸੇ ਤਰ੍ਹਾਂ ਇੱਕ ਪ੍ਰਾਂਤ ਦੇ ਵਿੱਚ ਗੁਰੂ ਘਰ ਜੋ ਤਾਲਿਬਾਨ ਦੇ ਰਾਜ ਦੇ ਸਮੇਂ ਬੰਦ ਸੀ। ਹੋਰ ਵੀ ਕਈ ਜਗ੍ਹਾ ਤੇ ਗੁਰੂ ਘਰ ਜਿਹੜੇ ਸੀ ਉਹ ਬੰਦ ਕਰ ਦਿੱਤੇ ਗਏ ਸੀ, ਕਾਬਲ ਦੇ ਵਿੱਚ, ਕੰਧਾਰ ਦੇ ਵਿੱਚ। ਤੇ ਬਾਅਦ ਵਿੱਚ ਹੌਲੀ ਹੌਲੀ ਉਹਨਾਂ ਨੂੰ ਜਦੋਂ ਤਾਲਿਬਾਨ ਵਾਲੇ ਭੱਜ ਕੇ ਪਹਾੜਾਂ ਵਿੱਚ ਲੁਕ ਛਿਪ ਗਏ, ਗੁਫਾਵਾਂ ਦੇ ਵਿੱਚ ਲੁਕ ਗਏ, ਤੇ ਉੱਥੇ ਇੱਕ ਅਮਰੀਕਾ ਤੇ ਸਹਿਯੋਗੀਆਂ ਦੁਆਰਾ ਸਥਾਪਿਤ ਕੀਤੀ ਗਈ ਸਰਕਾਰ ਲੋਕਾਂ ਨੂੰ ਦਿੱਤੀ ਗਈ, ਜਾਂ ਲੋਕਾਂ ਨੇ ਆਪ ਚੁਣੀ, ਜਾਂ ਲੋਕਤੰਤਰ ਦੀ ਬਹਾਲੀ ਵਾਸਤੇ ਕਦਮ ਚੁੱਕੇ ਗਏ। ਤੇ ਫਿਰ ਇਹ ਜਿਹੜੇ ਸੀ ਦੂਸਰੇ ਧਰਮਾਂ ਵਾਲੇ, ਜਿਹਨਾਂ ਵਿੱਚ ਸਿੱਖ ਵੀ ਸ਼ਾਮਲ ਨੇ, ਉਹਨਾਂ ਨੂੰ ਥੋੜ੍ਹਾ ਬਹੁਤਾ ਹੀ ਰਾਹਤ ਦੀ ਸਾਹ ਮਿਲੀ ਕਿ ਇੱਥੇ ਸਾਡੀ ਹੁਣ ਗੱਲ ਸੁਣੀ ਜਾਵੇਗੀ, ਸਾਡਾ ਕੁਝ ਨਾ ਕੁਝ ਹੋ ਸਕਦਾ ਹੈ। ਤੇ ਉਹਨਾਂ ਨੇ ਧਾਰਮਿਕ ਸਥਾਨ ਜਿਹੜੇ ਸੀ ਉਹ ਕਾਇਮ ਕਰ ਲਏ। ਤਾਲਿਬਾਨ ਜਿਹੜਾ ਹੈ ਜੋ ਸਖਤ ਇਸਲਾਮਿਕ ਕਾਨੂੰਨਾਂ ਦੀ ਤਾਇਦ ਕਰਦਾ ਹੈ ਔਰ ਉਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਦੇ ਵਿੱਚ ਵਿਸ਼ਵਾਸ ਰੱਖਦਾ ਹੈ। ਉਹ ਕਹਿੰਦੇ ਨੇ ਕਿ ਠੀਕ ਹੈ ਕਿ ਅਸੀਂ ਆਪਣੇ ਤਰੀਕੇ ਨਾਲ ਮੁਲਕ ਚਲਾਉਂਦੇ ਹਾਂ, ਪਰ ਸਾਡੇ ਇਸਲਾਮ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ। ਉਹ ਆਪਣਾ ਤਰੀਕਾ ਹੈ। ਇਹ ਭਾਵੇਂ ਉਹਨਾਂ ਨਾਲ ਕਿ ਹੋਰ ਇਸਲਾਮਿਕ ਦੇਸ਼ ਇੰਨੇ ਨੇ, ਉਹ ਭਾਵੇਂ ਉਹ ਸਹਿਮਤ ਹੋਣ ਨਾ ਹੋਣ, ਪਰ ਤਾਲਿਬਾਨ ਦਾ ਤਰੀਕਾ ਆਪਣਾ ਹੈ। ਸਖਤ ਕਿਸਮ ਦੀਆਂ ਪਾਬੰਦੀਆਂ ਜਿਹੜੀਆਂ ਨੇ ਉਹ ਔਰਤਾਂ ਤੇ ਬੱਚਿਆਂ ਤੇ ਹੋਰਨਾਂ ਵਿਅਕਤੀਆਂ ਤੇ ਲਾਉਂਦੇ ਨੇ, ਜਿਨ੍ਹਾਂ ਦੇ ਵਿੱਚ ਵਿਅਕਤੀਆਂ ਤੇ ਦਾੜੀ ਕੱਟਣ ਦੀ ਵੀ ਪਾਬੰਦੀ ਹੈ। ਔਰਤਾਂ ਦਾ ਚਿਹਰਾ ਤੁਸੀਂ ਕੋਈ ਗੈਰ ਮਰਦ ਦੇ ਨਾਲ ਔਰਤ ਕੋਈ ਗੱਲ ਨਹੀਂ ਕਰ ਸਕਦੀ, ਚਿਹਰਾ ਨਹੀਂ ਵਿਖਾ ਸਕਦੀ, ਇਸ ਤਰ੍ਹਾਂ ਦੀਆਂ ਗੱਲਾਂ ਨੇ। ਪਰ ਹੌਲੀ ਹੌਲੀ ਉਹ ਬਦਲੀ ਹੋਣ ਲੱਗਾ ਸੀ। ਔਰਤਾਂ, ਲੜਕੀਆਂ ਦੇ ਸਕੂਲ ਜਿਹੜੇ ਸੀ ਪਹਿਲਾਂ ਤੋਂ ਬੰਦ ਕਰ ਦਿੱਤੇ ਗਏ ਸੀ, ਪਰ ਹੁਣ ਤਾਲਿਬਾਨ ਨਾਲ ਕਿਉਂਕਿ ਅਮਰੀਕਾ ਦਾ ਸਮਝੌਤਾ ਹੋਇਆ ਕਿ ਅਸੀਂ ਇਹ ਦੇਸ਼ ਤੁਹਾਡਾ ਛੱਡ ਜਾਣਾ ਹੈ ਤੇ ਤੁਸੀਂ ਅਗਰ ਇੱਥੇ ਚਾਹੁੰਦੇ ਹੋ ਤੇ ਕਾਨੂੰਨ ਲਾਗੂ ਕਰੋ, ਪਰ ਕਿਸੇ ਤਰੀਕੇ ਨਾਲ ਲਾਗੂ ਕਰੋ।
ਪਰ ਤਾਲਿਬਾਨ ਜਿਹੜਾ ਹੈ ਉਹ ਮੈਨੂੰ ਇੰਜ ਜਾਪਦਾ ਹੈ ਕਿ ਉਹ ਮੁੜਨ ਵਾਲਾ ਨਹੀਂ ਤੇ ਉਹ ਸਖਤੀ ਵਾਲੇ ਰੌਂ 'ਚ ਸੀ ਤੇ ਸਖਤੀ ਵਾਲੇ ਰੌਂ 'ਚ ਰਹੇਗਾ। ਤਾਲਿਬਾਨ ਦਿਨ ਬ ਦਿਨ ਅੱਗੇ ਵਧ ਰਿਹਾ ਤੇ ਅਫਗਾਨਿਸਤਾਨ ਦੀ ਸਰਕਾਰ ਜਿਹੜੀ ਹੈ ਉਹ ਅਫਗਾਨ ਨੈਸ਼ਨਲ ਆਰਮੀ ਦੇ ਪਿੱਛੇ ਲੁੱਕ ਕੇ ਜਿਹੜਾ ਰਾਜ ਕਰ ਰਹੀ ਹੈ ਉਹ ਦਿਨ ਬ ਦਿਨ ਉਹਨਾਂ ਦੀ ਹਾਲਤ ਜਿਹੜੀ ਹੈ ਪਤਲੀ ਹੁੰਦੀ ਜਾ ਰਹੀ ਹੈ। ਹੁਣ ਇਸ ਦਾ ਮਤਲਬ ਇਹ ਹੋਇਆ ਕਿ ਘੱਟ ਗਿਣਤੀਆਂ ਦੀ ਸੁਰੱਖਿਆ ਫਿਰ ਉੱਥੇ ਖਤਰੇ 'ਚ ਹੈ। ਭਗਵਾਨ ਬੁੱਧ ਨਾਲ ਸੰਬੰਧਿਤ ਕੁਝ ਕਲਾਕ੍ਰਿਤੀਆਂ ਜੋ ਪਹਾੜਾਂ ਦੇ ਨਾਲ ਕੰਢਿਆਂ ਤੇ ਚਟਾਨਾਂ ਦੇ ਉੱਪਰ ਉਕਰੀਆਂ ਗਈਆਂ ਸੀ, ਅੱਜ ਤੋਂ ਕਈ ਵਰ੍ਹੇ ਪਹਿਲਾਂ ਉਹਨਾਂ ਨੇ ਬੰਬਾਂ ਨਾਲ ਉਡਾ ਦਿੱਤੀਆਂ ਸੀ ਕਿ ਸਾਡੇ ਸਮਾਜ ਨਾਲ ਸਾਡੇ ਧਰਮ ਨਾਲ ਇਹਨਾਂ ਦਾ ਕੀ ਲੈਣਾ ਦੇਣਾ ਤੇ ਅਸੀਂ ਇਹਨਾਂ ਨੂੰ ਉਡਾ ਦੇਵਾਂਗੇ। ਬੜੀ ਵਿਰੋਧਤਾ ਹੋਈ ਸੀ ਦੁਨੀਆ ਵਿੱਚ ਤੇ ਪਰ ਕਈ ਦੇਸ਼ ਜਿਹੜੇ ਸੀ ਉਸ ਵੇਲੇ ਚੁੱਪ ਬੈਠੇ ਰਹੇ ਤੇ ਉਸ ਤੋਂ ਬਾਅਦ ਫਿਰ ਜੋ ਹੋਇਆ ਉਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਹੈ ਕਿ ਵਰਲਡ ਟ੍ਰੇਡ ਸੈਂਟਰ ਤੇ ਹਮਲਾ ਹੁੰਦਾ, ਸਾਰਾ ਕੁਝ ਹੁੰਦਾ ਹੈ। ਪਰ ਅਫਗਾਨਿਸਤਾਨ ਦੇ ਵਿੱਚ ਹੁਣ ਫਿਰ ਇੱਕ ਗੁਰੂ ਘਰ ਦੇ ਵਿੱਚ ਉਹ ਜਿਹੜਾ ਦੁਬਾਰਾ ਖੋਲ੍ਹਿਆ ਗਿਆ ਸੀ, ਉਸ ਦੇ ਪਹਿਲਾਂ ਤਾਂ ਗ੍ਰੰਥੀ ਸਾਹਿਬ ਨੂੰ ਜਿਹੜਾ ਸੀ ਧਮਕੀਆਂ ਵਗੈਰਾ ਦਿੱਤੀਆਂ ਗਈਆਂ, ਫਿਰ ਉਸ ਦਾ ਨਿਸ਼ਾਨ ਸਾਹਿਬ ਜਿਹੜਾ ਸੀ ਉੱਥੋਂ ਹਟਾ ਦਿੱਤਾ ਗਿਆ ਜਾਂ ਪੁੱਟ ਦਿੱਤਾ ਗਿਆ। ਇਕੱਲਾ ਇੱਕ ਥੜਾ ਜਿਹੜਾ ਰਹਿ ਗਿਆ। ਦੱਸਿਆ ਜਾਂਦਾ ਹੈ ਗੁਰੂ ਨਾਨਕ ਸਾਹਿਬ ਉੱਥੇ ਆਪਣੀਆਂ ਯਾਤਰਾਵਾਂ ਦੇ ਦੌਰਾਨ ਜਾਂ ਕਿਸੇ ਸਮੇਂ ਉਸ ਸਥਾਨ ਤੇ ਪੁੱਜੇ ਸਨ। ਹੋਰ ਜਗ੍ਹਾ ਤੇ ਵੀ ਬੰਬ ਧਮਾਕੇ ਦੇ ਵਿੱਚ ਵੀ ਇੱਕ ਵਾਰੀ ਸਿੱਖ ਭਾਈਚਾਰੇ ਤੇ ਵੱਡਾ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਬਹੁਤ ਸਾਰੇ ਲੋਕ ਜਿਹੜੇ ਸੀ ਉਹ ਮਾਰੇ ਗਏ ਸੀ। ਇਸ ਕਰਕੇ ਜਿਹੜੀ ਅਫਗਾਨਿਸਤਾਨ ਦੇ ਵਿੱਚ ਸਥਿਤੀ ਹੈ ਉਹ ਬਹੁਤੀ ਵਧੀਆ ਨਹੀਂ। ਭਾਰਤ ਸਰਕਾਰ ਨੇ ਜੋ CAA ਦਾ ਕਾਨੂੰਨ ਲਿਆਂਦਾ ਸੀ, ਇਹਨਾਂ ਨੂੰ ਹੁਣ ਚਾਹੀਦਾ ਹੈ ਕਿ ਜੇ ਉੱਥੇ ਇਹਨਾਂ ਦਾ ਕੁਝ ਹੈ, ਅਜੇ ਵੀ ਇਹਨਾਂ ਦਾ ਕੌਂਸਲਖਾਨਾ ਸਫਾਰਤਖਾਨੇ ਉੱਥੇ ਨੇ, ਇਹਨਾਂ ਦੀਆਂ ਕੰਪਨੀਆਂ ਉੱਥੇ ਬਹੁਤ ਸਾਰੀਆਂ ਨੇ, ਜਿਨ੍ਹਾਂ ਕੋਲ ਦਮ ਹੈ, ਰਿਸੋਰਸਿਸ ਹਨ ਤੇ ਉੱਥੋਂ ਉਹਨਾਂ ਨੂੰ ਕੱਢ ਕੇ ਲਿਆਉਣ ਦੇ ਵਿੱਚ ਹੀ ਬਿਹਤਰੀ ਹੈ। ਜੀ ਤੇ ਕੁਲਦੀਪ ਜੀ, ਵੈਸੇ ਮੈਨੂੰ ਲੱਗਦਾ ਹੈ ਕਿ ਦੁਨੀਆ ਦਾ ਕੋਈ ਵੀ ਧਰਮ ਐਸਾ ਨਹੀਂ ਜਿਹੜਾ ਕਿਸੇ ਦਾ ਕਤਲ ਕਰਨ ਦੀ ਇਜਾਜ਼ਤ ਦਿੰਦਾ ਹੋਵੇ। ਇਨਸਾਨੀਅਤ, ਭਾਈਚਾਰਾ ਬਣਾ ਕੇ ਰੱਖਣ ਦੀ ਗੱਲ ਕਰਦਾ ਹੈ। ਤੇ ਕਿਆ ਤਾਲਿਬਾਨੀਆਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਸਾਡੇ ਪੈਗੰਬਰਾਂ ਨੇ ਕਿਹੜਾ ਸੁਨੇਹਾ ਦਿੱਤਾ? ਤਾਲਿਬਾਨ ਦੀ ਕਿਹੜੀ ਪੜ੍ਹਾਈ ਪੜ੍ਹੀ ਹੈ ਜਾਂ ਕਿਸ ਤਰ੍ਹਾਂ ਦੀ ਉਹਨਾਂ ਨੂੰ ਪੜ੍ਹਾਈ ਜਾਂਦੀ ਹੈ, ਇਸ ਗੱਲ ਨੂੰ ਅਸੀਂ ਸਮਝਣ ਤੋਂ ਅਸਮਰੱਥ ਹਾਂ। ਜੀ ਇੱਕ ਖਾਸ ਕਿਸਮ ਦਾ ਕੱਟੜਵਾਦ ਜਿਹੜਾ ਉਹਨਾਂ ਦੇ ਵਿੱਚ ਘੋਲ ਕੇ ਪਾ ਦਿੱਤਾ ਜਾਂਦਾ, ਜਿਸ ਕਰਕੇ ਸਾਰੀ ਸਮੱਸਿਆ ਜਿਹੜੀ ਆ ਉਪਜਦੀ ਹੈ। ਜੀ ਇਸਲਾਮ ਦੇ ਵਿੱਚ ਮੁਹੱਬਤ ਦਾ ਪੈਗਾਮ ਹੈ, ਇਹ ਸਾਰੇ ਕਰਦੇ ਨੇ। ਬਹੁਤ ਸਾਰੇ ਇਸਲਾਮਿਕ ਦੇਸ਼ਾਂ ਦੇ ਵਿੱਚ ਸਾਡੇ ਇੰਨੇ ਸਾਰੇ ਲੋਕ ਨੇ, ਬਹੁਤ ਸਾਰੀ ਜਗ੍ਹਾ ਤੇ ਅਸੀਂ ਸਾਰੇ ਘੁਲ ਮਿਲ ਕੇ ਰਹਿੰਦੇ ਹਾਂ। ਪਰ ਸਮਹਾਉ ਅਫਗਾਨਿਸਤਾਨ ਉਸੇ ਦਲਦਲ 'ਚ ਜਿਹੜੀ ਚੋਂ ਇੱਕ ਵਾਰੀ ਨਿਕਲ ਕੇ ਜਿਸ ਦੇ ਵਿੱਚੋਂ ਕਿਤੇ ਇੱਕ ਜਿਹੜੇ ਫੁੱਲ ਖਿੜ ਰਹੇ ਸੀ, ਉਹ ਦੁਬਾਰਾ ਉਸੇ ਦੇ ਵਿੱਚ ਗਰਕਦੇ ਜਾ ਰਹੇ ਨੇ। ਤਾਲਿਬਾਨ, ਮੈਂ ਕੋਈ ਇਸਲਾਮ ਦੇ ਖਿਲਾਫ ਨਹੀਂ ਅਸੀਂ ਗੱਲ ਕਰ ਰਹੇ, ਸਿਰਫ ਤਾਲਿਬਾਨ ਦੇ ਕੰਮ ਕਰਨ ਦੇ ਤਰੀਕਿਆਂ ਤੇ। ਤਾਲਿਬਾਨ ਨੇ ਕਿੰਨੇ ਕਤਲ ਕੀਤੇ ਵਿਦੇਸ਼ੀ ਲੋਕਾਂ ਦੇ, ਆਪਣਿਆਂ ਦੇ, ਨਿਗੂਣੀਆਂ ਜਿਹੀਆਂ ਗੱਲਾਂ ਕਰਕੇ, ਤੇ ਜਿਸ ਤਰ੍ਹਾਂ ਸ਼ਰੇਆਮ ਉਹ ਇੱਕ ਸਜ਼ਾਵਾਂ ਦੇਣ ਦਾ ਉਹਨਾਂ ਦਾ ਕੰਮ ਹੈ। ਇਹ ਹਾਲਾਂਕਿ ਹੋਰ ਕਈ ਮੁਲਕਾਂ ਦੇ ਵਿੱਚ ਵੀ ਹੈ, ਪਰ ਜਿਸ ਤਰ੍ਹਾਂ ਦਾ ਕਾਨੂੰਨ ਜਿਹੜਾ ਹੈ ਉਹ ਤਾਲਿਬਾਨ ਵਾਲੇ ਉੱਥੇ ਲਾਗੂ ਕਰਨਾ ਚਾਹੁੰਦੇ ਨੇ, ਘੱਟ ਗਿਣਤੀਆਂ ਉੱਥੇ ਸੁਰੱਖਿਅਤ ਆਉਣ ਵਾਲੇ ਘੱਟੋ ਘੱਟ 10-15 ਸਾਲ ਸੁਰੱਖਿਅਤ ਨਹੀਂ ਹੋ ਸਕਦੀਆਂ। ਤੇ ਕੁਲਦੀਪ ਜੀ, ਹੁਣ ਗੁਆਂਢੀ ਮੁਲਕ ਪਾਕਿਸਤਾਨ ਦੀ ਗੱਲ ਕਰਦੇ ਹਾਂ, ਉਹ ਵੀ ਧਾਰਮਿਕ ਘੱਟ ਗਿਣਤੀ ਬਾਰੇ ਜ਼ਿਆਦਾ ਨਰਮ ਨਹੀਂ ਹੈ। ਤੇ ਪਿੱਛੇ ਜੇ ਖਬਰ ਆਈ ਕਿ ਉੱਥੇ ਦੇ ਇੱਕ ਮੰਦਿਰ ਦੀ ਭੰਨਤੋੜ ਕੀਤੀ ਗਈ, ਪੁਲਿਸ ਕੰਟਰੋਲ ਨਹੀਂ ਕਰ ਸਕੀ ਤੇ ਫੌਜ ਦੇ ਰੇਂਜਰ ਸੱਦਣੇ ਪਏ ਤੇ ਅਦਾਲਤ ਵਿੱਚ ਕੇਸ ਪਹੁੰਚਿਆ ਤੇ ਅਦਾਲਤ ਨੇ ਕੀ ਕਿਹਾ? ਪਾਕਿਸਤਾਨ ਦੇ ਵਿੱਚ ਹਾਲਾਤ ਬੜੇ ਵੱਖ-ਵੱਖ ਰਹੇ ਨੇ ਜੀ। ਘੱਟ ਗਿਣਤੀਆਂ ਤੇ ਉੱਥੇ ਵੀ ਕਾਫੀ ਸਾਰੀਆਂ ਸਖਤੀਆਂ ਜਿਹੜੀਆਂ ਨੇ ਸਮੇਂ-ਸਮੇਂ ਤੇ ਹੋਈਆਂ ਨੇ ਜੀ। ਇੱਕ ਜਿਸ ਨੂੰ ਅਸੀਂ ਭਾਰਤ ਵਿੱਚ ਈਰਸ਼ਨਿੰਦਾ ਹਿੰਦੀ ਦਾ ਲਫ਼ਜ਼ ਹੈ, ਉਹ ਜਿਹੜਾ ਹੈ ਉਹ ਬਹੁਤ ਸਖਤ ਕਾਨੂੰਨ ਜਿਹੜਾ ਸੀ ਪਾਕਿਸਤਾਨ ਦੇ ਵਿੱਚ ਕੋਈ ਸਮਾਂ ਪਹਿਲਾਂ ਪਾਸ ਕਰ ਦਿੱਤਾ ਗਿਆ ਸੀ, ਜਿਸ ਵਿੱਚ ਪੈਗੰਬਰ ਮੁਹੰਮਦ ਜਾਂ ਇਸਲਾਮ ਦੇ ਖਿਲਾਫ ਜਾਂ ਕੁਰਾਨ ਦੇ ਖਿਲਾਫ ਟਿੱਪਣੀਆਂ ਕਰਨ ਵਾਲਿਆਂ ਨੂੰ ਜਿਹੜਾ ਸੀ ਬਹੁਤ ਸਖਤ ਕਾਨੂੰਨ ਦੇ ਤਹਿਤ ਜਿਹੜਾ ਸੀ ਕੈਦ ਵੀ ਕੀਤਾ ਜਾਂਦਾ ਸੀ ਤੇ ਸਜ਼ਾਏ ਮੌਤ ਤੱਕ ਵੀ ਜਿਹੜੀ ਦਿੱਤੀ ਜਾਂਦੀ ਸੀ। ਪਰ ਫਿਰ ਜਦੋਂ ਇਮਰਾਨ ਖਾਨ ਬਣੇ ਨੇ, ਥੋੜ੍ਹੀ ਜਿਹੀ ਜਿਹੜੀ ਹੈ ਨਾ ਸੋਚ ਸਮਝ ਤੋਂ ਜ਼ਿਆਦਾ ਬਿਹਤਰ ਕੰਮ ਲੈ ਕੇ ਦੁਨੀਆ ਦੇ ਨਾਲ ਇਨਵੋਲਵ ਹੋਣ ਦਾ ਯਤਨ ਜਿਹੜਾ ਸੀ ਉਹ ਕੀਤਾ ਗਿਆ। ਹੁਣ ਇਨਵੋਲਵ ਕਿਵੇਂ ਹੋ ਸਕਦਾ ਸੀ ਜਿਹਦੇ ਵਿੱਚ ਦੂਸਰੇ ਧਰਮਾਂ ਪ੍ਰਤੀ ਨਰਮਾਈ, ਦੂਸਰੇ ਦੇਸ਼ਾਂ ਨਾਲ ਚੰਗੇ ਸੰਬੰਧ, ਜਿਨ੍ਹਾਂ ਵਿੱਚ ਭਾਰਤ ਵੀ ਸ਼ਾਮਲ ਹੈ, ਉਂਝ ਹੋ ਸਕਦਾ ਸੀ। ਪਰ ਅੰਦਰ ਖਾਤੇ ਹੁਣ ਜੇ ਤਾਲਿਬਾਨ ਦੀ ਅਸੀਂ ਗੱਲ ਕਰਦੇ ਹਾਂ, ਤਾਲਿਬਾਨ ਅਸਲ ਵਿੱਚ ਜਿਹੜੀ ਤਾਲਿਬਾਨ ਨੂੰ ਟ੍ਰੇਨਿੰਗ ਤੇ ਜੋ ਸਾਰਾ ਕੁਝ ਹੈ ਉਹ ਤੇ ਪਾਕਿਸਤਾਨ ਦੀ ISI ਦੀ ਟ੍ਰੇਨਿੰਗ ਹੈ ਨਾ। ਜਾਂ ਪਾਕਿਸਤਾਨ ਦੇ ਵਿੱਚ ਜਿਹੜੀਆਂ ਮੁਜਾਹਿਦੀਨ ਸੰਸਥਾਵਾਂ ਨੇ, ਕੱਟੜ ਲੋਕ ਕਿਹੜੇ ਸਮਾਜ ਵਿੱਚ ਨਹੀਂ ਹੁੰਦੇ? ਕੀ ਭਾਰਤ ਵਿੱਚ ਨਹੀਂ? ਇੱਥੇ ਵੀ ਬਹੁਤ ਸਾਰੇ ਲੋਕ ਇਹੋ ਜਿਹੇ ਹਨ ਜੋ ਸਾਰਾ ਦਿਨ ਸਾਰਾ ਸਾਲ ਜ਼ਹਿਰ ਉਗਲਦੇ ਨੇ ਦੂਸਰਿਆਂ ਪ੍ਰਤੀ। ਸਾਡੇ ਤਾਂ ਕਈ ਪਾਰਲੀਮੈਂਟ ਵਿੱਚ ਇਹੋ ਜਿਹੇ ਬੈਠੇ ਹੋਏ ਲੋਕ ਨੇ ਜਿਨ੍ਹਾਂ ਦੀਆਂ ਵੀਡੀਓ ਇੰਨੀਆਂ ਪੁਰਾਣੇ ਸਮੇਂ ਸ਼ਾਮਲ ਜਿਹੜੀਆਂ ਤੁਸੀਂ ਦੇਖੀਆਂ ਹੋਣਗੀਆਂ, ਉਹਨਾਂ ਦੀ ਗਿਣਤੀ ਕੋਈ ਨਹੀਂ ਹੈ। ਉਹ ਪਹਿਲਾਂ ਵੀ ਉਗਲਦੇ ਸਨ ਜ਼ਹਿਰ, ਹੁਣ ਵੀ ਗਾਹੇ ਬਗਾਹੇ ਉਗਲਦੇ ਰਹਿੰਦੇ ਨੇ। ਹੁਣ ਜਿਹੜਾ ਵੀਡੀਓ ਜਿਹੜਾ ਆ ਜਾਂਦੀਆਂ ਸਾਹਮਣੇ ਆ ਜਾਂਦੇ ਨੇ। ਪਾਕਿਸਤਾਨ ਵਿੱਚ ਕਿਉਂਕਿ ਇੱਕ ਇਸਲਾਮਿਕ ਦੇਸ਼ ਹੈ, ਜ਼ਾਹਿਰਾ ਤੌਰ ਤੇ
ਜੋ ਇਸਲਾਮ ਨੂੰ ਮੰਨਣ ਵਾਲੇ ਲੋਕ ਨੇ ਉਹਨਾਂ ਦਾ ਦੇਸ਼ ਹੈ, ਉਹਨਾਂ ਦਾ ਆਪਣਾ ਇੱਕ ਸਿਸਟਮ ਹੋਵੇਗਾ, ਸਾਰੇ ਕਾਨੂੰਨ ਉਸ ਹਿਸਾਬ ਨਾਲ ਹੋਣਗੇ, ਲੈਂਗੁਏਜ ਹੋਵੇਗੀ, ਪਰ ਦੂਸਰੇ ਧਰਮਾਂ ਪ੍ਰਤੀ ਥੋੜੀ ਜਿਹੀ ਨਰਮਾਈ ਜਿਹੜੀ ਹੈ ਉਹ ਇਮਰਾਨ ਖਾਨ ਦੇ ਆਉਣ ਤੋਂ ਬਾਅਦ ਵਰਤੀ ਗਈ ਆ। ਉਸ ਤੋਂ ਬਾਅਦ ਅਗਰ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਤਾਂ ਫਿਰ ਮਾੜੀ ਗੱਲ ਹੈ। ਪਰ ਕੁੱਲ ਮਿਲਾ ਕੇ ਪਾਕਿਸਤਾਨ ਦੇ ਵਿੱਚ ਇਸ ਤਰ੍ਹਾਂ ਦੀਆਂ ਪੁਲਿਸ ਪ੍ਰਸ਼ਾਸਨ ਵੱਲੋਂ ਤੇ ਹੋਰ ਕਈ ਸੰਸਥਾਵਾਂ ਵੱਲੋਂ ਜਿਹੜੀਆਂ ਉਹ ਕਈ ਵਾਰੀ ਇਸ ਤਰ੍ਹਾਂ ਦੀਆਂ ਘਟਨਾਵਾਂ ਆ ਜਾਂਦੀਆਂ ਨੇ ਕਿ ਉਹਨਾਂ ਨੇ ਮੌਕੇ ਸਿਰ ਦੇਖਿਆ ਨਹੀਂ, ਕੀਤਾ ਨਹੀਂ। ਇਹ ਘਟਨਾਵਾਂ ਫਿਰ ਇੱਥੇ ਨਹੀਂ ਹੁੰਦੀਆਂ, ਇੱਥੇ ਵੀ ਹੁੰਦੀਆਂ ਨੇ, ਯੂਪੀ ਵਿੱਚ ਨਹੀਂ ਹੁੰਦੀਆਂ, ਕਿੱਥੇ ਨਹੀਂ ਹੁੰਦੀਆਂ, ਦਿੱਲੀ ਦੇ ਆਸ-ਪਾਸ ਵੀ ਹੁੰਦੀਆਂ ਨੇ ਕਿ ਇੱਕ ਉੱਥੇ ਫਿਰ ਜਿਹੜਾ ਹੈ ਰੇਸਿਜ਼ਮ ਜਿਹੜੀ ਇਹ ਸਾਹਮਣੇ ਆ ਜਾਂਦੀ ਹੈ ਕਿ ਖਾਸ ਫਿਰਕੇ ਨੂੰ ਬਚਾਇਆ ਜਾਂਦਾ ਤੇ ਦੂਸਰੇ ਨੂੰ ਦੱਬਿਆ ਜਾਂਦਾ। ਸੋ ਇਹ ਕੰਮ ਤੇ ਹਰ ਜਗ੍ਹਾ ਚੱਲਦਾ, ਪਰ ਪਾਕਿਸਤਾਨ ਵਿੱਚ ਜਦੋਂ ਫਿਰ ਇਹ ਰੌਲਾ ਪੈ ਜਾਂਦਾ ਇਸ ਦਾ, ਫਿਰ ਵੱਡੀਆਂ ਅਥਾਰਟੀ ਸ਼ਾਮਲ ਹੋ ਕੇ ਕਈ ਵਾਰੀ ਇਸ ਦਾ ਬਚਾ ਕਰ ਜਾਂਦੀਆਂ ਨੇ। ਪਰ ਓਵਰਆਲ ਜਿਹੜੀ ਸਥਿਤੀ ਹੈ ਨਾ, ਉਹਨੂੰ ਇਮਰਾਨ ਖਾਨ ਨੇ, ਮੈਂ ਇਹ ਸਮਝਾਂਗਾ ਕਿ ਥੋੜਾ ਜਿਹਾ ਉਹਨਾਂ ਨੇ ਸਾਂਭਿਆ ਹੀ ਆ। ਸਿੱਖਾਂ ਦੇ ਧਾਰਮਿਕ ਸਥਾਨਾਂ ਦੀ ਵੀ ਗੱਲ ਲਾ ਲਈਏ, ਕਰਤਾਰਪੁਰ ਸਾਹਿਬ ਕੱਲੇ ਦਾ ਮਸਲਾ ਨਹੀਂ, ਹੋਰ ਵੀ ਕਈ ਸਾਲਾਂ ਤੋਂ ਬੰਦ ਪਏ ਗੁਰਦੁਆਰਾ ਸਾਹਿਬਾਨ ਜਿਹੜੇ ਨੇ, ਉਹਨਾਂ ਦਾ ਪ੍ਰਬੰਧ ਜਿਹੜਾ ਹੈ ਉਹ ਬੋਰਡ ਵੀ ਬਣਾਇਆ ਗਿਆ, ਉਹਦੇ ਬਾਰੇ ਵੀ ਭਾਵੇਂ ਰੌਲਾ ਰੱਪਾ ਪੈਂਦਾ ਰਹਿੰਦਾ ਹੈ, ਪਰ ਫਿਰ ਵੀ ਕੁਝ ਸਿੱਖਾਂ ਦੇ ਹੱਥ ਦੇ ਵਿੱਚ ਆਇਆ ਤੇ ਇਹਨਾਂ ਦੇ ਕਈ ਪੁਰਾਣੇ ਇਤਿਹਾਸਿਕ ਗੁਰਦੁਆਰਾ ਸਾਹਿਬ ਜਿਹੜੇ ਨੇ ਉਹ ਦੁਬਾਰਾ ਖੋਲ੍ਹੇ ਗਏ। ਜੀ, ਤੇ ਕੁਲਦੀਪ ਜੀ, ਵਿਚਾਰਾਂ ਤੇ ਚਰਚਾ ਜਾਰੀ ਰੱਖਾਂਗੇ ਪ੍ਰੈਸ ਬ੍ਰੇਕ ਤੋਂ ਬਾਅਦ। ਸੋ ਦਰਸ਼ਕੋ, ਪੰਜਾਬੀ ਨੈਸ਼ਨਲ ਟੀਵੀ ਤੇ ਵਿਚਾਰ ਚਰਚਾ ਪ੍ਰੋਗਰਾਮ 'ਚ ਅਗਲੇ ਵਿਚਾਰ ਸੁਣਾਂਗੇ ਆਪਾਂ ਇਸ ਅੰਤਰਾਲ ਤੋਂ ਬਾਅਦ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਕਰਦੇ ਹਾਂ। ਤੇ ਕੁਲਦੀਪ ਜੀ, ਹੁਣ ਗੱਲ ਖੇਡਾਂ ਦੀ ਕਰੀਏ ਤੇ ਭਾਰਤੀ ਹਾਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਮਤਲਬ ਬੜੀ ਚਰਚਾ ਹੋ ਰਹੀ ਹੈ ਇੱਕ ਸੁਨੇਹੇ ਦੀ, ਜਿਹੜਾ ਕਪਤਾਨ ਮਨਪ੍ਰੀਤ ਸਿੰਘ ਵੱਲੋਂ ਕਹਿੰਦੇ ਕਿ ਜਾਰੀ ਕੀਤਾ ਗਿਆ। ਅਸਲੀਅਤ ਕੀ ਹੈ ਇਸ ਸਾਰੇ ਮਾਮਲੇ ਦੀ? ਪਹਿਲਾਂ ਤਾਂ ਗੱਲ ਇਹ ਹੈ ਜੀ ਕਿ ਜਿਵੇਂ ਹੁਣ ਪਲੇਅਰਾਂ ਦੇ, ਖਿਡਾਰੀਆਂ ਦੇ ਨਾਮ ਘਰ ਘਰ ਬੋਲੇ ਜਾ ਰਹੇ ਨੇ ਜੀ, ਵੀ ਸਾਡਾ ਕਪਤਾਨ ਮਨਪ੍ਰੀਤ ਸਿੰਘ ਆ, ਫਾਰਵਰਡ ਜਿਹੜਾ ਹੈ ਮਨਦੀਪ ਸਿੰਘ ਹੈ, ਸਿਮਰਨਜੀਤ ਸਿੰਘ ਹੈ, ਰੁਪਿੰਦਰ ਪਾਲ ਹੈ, ਹਾਂਜੀ, ਤੇ ਗੋਲਕੀਪਰ ਸ਼੍ਰੀਜੇਸ਼ ਹੈ। ਇਹ ਘਰ ਘਰ ਦੀ ਗੱਲ ਹੁੰਦੀ ਜਾਪਦੀ, ਇਹ ਤੇ ਬਹੁਤ ਵਧੀਆ ਗੱਲ ਹੈ। ਪਹਿਲੀ ਵਾਰੀ ਨਾਮ ਜਿਹੜੇ ਨੇ ਇਸ ਤਰ੍ਹਾਂ ਆਏ ਨੇ ਤੇ ਉਮੀਦ ਕੀਤੀ ਜਾਂਦੀ ਹੈ ਕਿ ਜਦੋਂ ਆਉਣਗੇ ਪਤਨ ਤੇ ਉਹਨਾਂ ਦਾ ਜ਼ੋਰਦਾਰ ਸਵਾਗਤ ਹੋਵੇਗਾ। ਨਾਲ ਨਾਲ ਕੁਝ ਗੱਲਾਂ ਵੀ ਇਹੋ ਜਿਹੀਆਂ ਹੋ ਜਾਂਦੀਆਂ ਨੇ। ਮਨਪ੍ਰੀਤ ਸਿੰਘ ਬਾਰੇ ਇਹ ਬਿਆਨ ਆਇਆ, ਮਨਪ੍ਰੀਤ ਸਿੰਘ ਬਾਰੇ ਜਿੰਨਾ ਸੁਣਿਆ ਦੇਖਿਆ, ਬਹੁਤ ਹੀ ਸਾਊ ਸੁਭਾਅ ਦਾ ਸ਼ਰਮਾਕਲ ਜਿਹਾ ਲੜਕਾ ਜੋ ਕਪਤਾਨ ਬਣਿਆ। ਕਪਤਾਨ ਬਣਨ ਵਾਸਤੇ ਬੜੀ ਛੋਟੀ ਉਮਰ ਦੇ ਵਿੱਚ ਉਹਨੂੰ ਕਪਤਾਨ ਬਣਾ ਦਿੱਤਾ ਗਿਆ। ਪਹਿਲੇ ਤੇ ਕੁਝ ਸੀਨੀਅਰ ਖਿਡਾਰੀ ਉਸ ਮੌਕੇ ਤੇ ਥੋੜਾ ਜਿਹਾ ਬੋਲੇ ਸੀ ਕਿ ਕਪਤਾਨ ਦੀ ਜ਼ਿੰਮੇਵਾਰੀ ਕਿਉਂ ਦੇ ਦਿੱਤੀ ਗਈ ਇਸ ਤਰ੍ਹਾਂ, ਕਿਉਂਕਿ ਭਾਰਤ ਦੇ ਵਿੱਚ ਵੱਡੇ ਨਾਮਾਂ ਦੀ ਪੂਜਾ ਕੀਤੀ ਜਾਂਦੀ ਹੈ ਹਮੇਸ਼ਾ ਤੋਂ, ਇਹ ਅਗਲੇ ਦੀ ਗੁਣ ਨਹੀਂ ਕਈ ਵਾਰੀ ਵੇਖੇ ਜਾਂਦੇ। ਮਨਪ੍ਰੀਤ ਸਿੰਘ ਨਾਮ ਵੱਡਾ ਨਹੀਂ ਸੀ, ਪਰ ਕੰਮ ਬਹੁਤ ਵੱਡੇ ਨੇ ਉਸ ਨੌਜਵਾਨ ਦੇ। ਮਨਪ੍ਰੀਤ ਸਿੰਘ ਪੰਜਾਬ ਪੁਲਿਸ ਦਾ ਅਫਸਰ ਹੈ ਔਰ ਪਰਿਵਾਰ ਉਸਦਾ ਬੜਾ ਆਮ ਜਿਹਾ ਪਰਿਵਾਰ ਹੈ, ਜਲੰਧਰ ਵਿੱਚ ਰਹਿੰਦੇ ਨੇ। ਤੇ ਉਹਨਾਂ ਨੇ ਜਿਵੇਂ ਉਸ ਲੜਕੇ ਨੇ ਖੇਡ ਦੇ ਵਿੱਚ ਇੱਕ ਠਰਮਾ ਜਿਹੜਾ ਹੈ ਦਿਖਾਇਆ ਤੇ ਜਿਸ ਤਰ੍ਹਾਂ ਟੀਮ ਨੂੰ ਕੰਟਰੋਲ ਕੀਤਾ ਹੈ ਤੇ ਕੋਚ ਦੇ ਨਾਲ ਰਲ ਕੇ ਟੀਮ ਦੀ ਇਹ ਤਰੱਕੀ ਜਿਹੜੀ ਹੋਈ ਹੈ, ਉਸ ਵਿੱਚ ਮਨਪ੍ਰੀਤ ਸਿੰਘ ਨੇ ਗੋਲ ਭਾਵਾਂ ਨਾ ਕੀਤੇ ਹੋਣ ਬਹੁਤੇ, ਪਰ ਉਹਨਾਂ ਦਾ ਨਾਮ ਬਹੁਤ ਹੈ ਕਿ ਉਹ ਕਿੱਦਾਂ ਸਾਰੀ ਸਕੀਮ ਚਲਾਉਂਦੇ ਰਹੇ। ਜਿਹੜੇ ਇਸ ਗੇਮ ਨੂੰ ਜਾਣਦੇ ਨੇ ਉਹ ਦੱਸ ਦੇਣਗੇ ਕਿ ਮਨਪ੍ਰੀਤ ਸਿੰਘ ਦਾ ਕੀ ਰੋਲ ਸੀ। ਮਨਪ੍ਰੀਤ ਸਿੰਘ ਨੇ ਜਿਹੜੇ ਰੈਫਰਲ ਰਹੇ ਨੇ, ਵੀਡੀਓ ਰੈਫਰਲ, ਆਮ ਤੌਰ ਤੇ ਕਪਤਾਨ ਇਸ ਗੱਲੋਂ ਖੁੰਝ ਜਾਂਦੇ ਨੇ ਜਾਂ ਉਹਨਾਂ ਨੂੰ ਬਹੁਤ ਜਲਦੀ ਨਾਲ ਲੈ ਲੈਂਦੇ ਨੇ, ਕਾਹਲੀ ਵਿੱਚ ਲੈ ਲੈਂਦੇ ਨੇ। ਤੇ ਮਨਪ੍ਰੀਤ ਸਿੰਘ ਨੇ ਬਿਲਕੁਲ ਠਰਮੇ ਨਾਲ ਇੱਕ ਅੱਧੇ ਮੈਚ ਨੂੰ ਛੱਡ ਕੇ ਬਾਕੀ ਸਾਰੇ ਰੈਫਰਲ ਬੜੇ ਤੌਰ ਤਰੀਕੇ ਨਾਲ ਲਏ ਨੇ, ਮਤਲਬ ਕਪਤਾਨੀ ਦੀ ਪਾਰੀ ਨਿਭਾਈ ਉਹਨਾਂ ਨੇ। ਬਿਲਕੁਲ। ਹੁਣ ਮਨਪ੍ਰੀਤ ਸਿੰਘ ਦਾ ਬਿਆਨ ਇੱਕ ਜਿਹੜਾ ਸੀ, ਉਹ ਮੈਡਲ ਜਿੱਤਣ ਤੋਂ ਬਾਅਦ ਜਿਹੜਾ ਸੀ ਸੋਸ਼ਲ ਮੀਡੀਆ ਤੇ ਸਰਗਰਮ ਹੋ ਗਿਆ। ਉਹ ਇੱਕੋ ਡਿਜ਼ਾਈਨ ਵਿੱਚ ਨਹੀਂ, ਕਈ ਤਰੀਕਿਆਂ ਨਾਲ ਕਈਆਂ ਨੇ ਬਣਾ ਕੇ ਜਿਹੜਾ ਸੀ ਪੇਸ਼ ਕਰਤਾ ਕਿ ਦੇਖੋ ਜੀ, ਮਨਪ੍ਰੀਤ ਸਿੰਘ ਨੇ ਕਹਿ ਦਿੱਤਾ ਕਿ ਅਸੀਂ ਇਨਾਮੀ ਰਾਸ਼ੀ ਨਹੀਂ ਲੈਣੀ ਤੇ ਨਰਿੰਦਰ ਮੋਦੀ ਜਿਹੜਾ ਸਾਨੂੰ ਸਨਮਾਨ ਕਰਨਾ ਚਾਹੁੰਦੇ ਨੇ ਜਾਂ ਹੋਰ ਕੁਝ ਕਰਨਾ ਚਾਹੁੰਦੇ ਨੇ, ਸਾਨੂੰ ਕੁਝ ਨਹੀਂ ਚਾਹੀਦਾ। ਉਹ ਤਿੰਨੇ ਕਾਨੂੰਨ ਜਿੰਨੀ ਦੇਰ ਤੱਕ ਵਾਪਸ ਨਹੀਂ ਕਰਦੇ, ਅਸੀਂ ਜਿਹੜਾ ਖੇਤੀ ਦੇ ਕਾਨੂੰਨਾਂ ਦੀ ਗੱਲ ਹੈ, ਉਹ ਤਿੰਨੇ ਕਾਨੂੰਨ ਵਾਪਸ ਨਹੀਂ ਲੈਂਦੇ ਉਨੀ ਦੇਰ ਤੱਕ ਸਰਕਾਰ ਨੂੰ ਅਸੀਂ ਨਹੀਂ ਮਿਲਾਂਗੇ। ਇਸ ਬਿਆਨ ਹੁਣ ਇਹ ਭਾਵੇਂ ਇੱਕ ਸ਼ਰਾਰਤ ਵਜੋਂ ਕਿਸੇ ਨੇ ਕਿਹਾ ਹੋਵੇ ਜਾਂ ਦੂਸਰੇ ਪਾਸੇ ਕਪਤਾਨ ਤੇ ਦਬਾਅ ਪਾਉਣ ਲਈ। ਇੱਕ ਤੇ ਮਨਪ੍ਰੀਤ ਸਿੰਘ ਸਰਕਾਰੀ ਅਧਿਕਾਰੀ ਹੈ ਤੇ ਭਾਰਤੀ ਟੀਮ ਦਾ ਕਪਤਾਨ ਹੈ। 41 ਸਾਲਾਂ ਬਾਅਦ ਇੱਕ ਤੇ ਅਸੀਂ ਰੌਲਾ ਪਾ ਰਹੇ ਕਿ ਮੈਡਲ ਜਿੱਤਿਆ, ਠੀਕ ਹੈ, ਪਰ ਮੇਰਾ ਖਿਆਲ ਹੈ ਕਿ ਕਿਉਂਕਿ ਖਿਡਾਰੀ ਦੇ ਬਾਰੇ ਇੱਕ ਖਾਸ ਖਿਆਲ ਵੀ ਰੱਖਣਾ ਚਾਹੀਦਾ ਹੈ ਸਾਨੂੰ ਕਿ ਖਿਡਾਰੀ ਕੋਈ ਇਸ ਤਰ੍ਹਾਂ ਦੇ ਕੋਈ ਇਹ ਵਰਗ ਹੁੰਦੇ ਨੇ ਜਿਹੜੇ ਸਮਾਜ ਦੇ, ਜਿਵੇਂ ਬੁੱਧੀਜੀਵੀਆਂ ਦਾ ਆਪਣਾ ਵਰਗ ਹੁੰਦਾ ਹੈ,
ਖਿਡਾਰੀ ਬੁੱਧੀਜੀਵੀ ਹੋ ਸਕਦੇ ਨੇ ਜੀ। ਪਰ ਯਕੀਨਨ ਤੌਰ ਤੇ ਨਹੀਂ, ਕਿਉਂਕਿ ਖੇਡ ਨਾਲ ਸੰਬੰਧਿਤ ਲੋਕ ਨੇ, ਇੰਥੂਜ਼ੀਆਜ਼ਮ ਹੁੰਦਾ, ਉਸ ਦੇ ਵਿੱਚ ਜੋਸ਼ ਹੁੰਦਾ ਹੈ, ਅਨੁਸ਼ਾਸਨ ਹੁੰਦਾ ਹੈ, ਜੀ ਉਹਨਾਂ ਦਾ ਇੱਕ ਆਪਣਾ ਤੌਰ ਤਰੀਕਾ ਹੁੰਦਾ ਚੱਲਣ ਦਾ, ਜੀ ਤੇ ਖਿਡਾਰੀ ਨੇ ਆਪਣੇ ਤਰੀਕੇ ਨਾਲ ਸੋਚਣਾ ਹੁੰਦਾ ਹੈ। ਬਹੁਤੇ ਠਰਮੇ ਵਾਲਾ, ਬਹੁਤਾ ਹੀ ਠਹਿਰਾਅ ਵਾਲਾ ਜਾਂ ਸੁਸਤ ਵਿਅਕਤੀ ਜਿਹੜਾ ਬਹੁਤਾ ਸੋਚਣ ਵਾਲਾ, ਉਹ ਖਿਡਾਰੀ ਨਹੀਂ ਬਣ ਸਕਦਾ। ਜੀ ਉਹ ਖੇਡ ਜਿਹੜੀ ਹੈ ਇੱਕ ਆਪਣੇ ਤੌਰ ਤਰੀਕੇ ਨਾਲ ਖੇਡੀ ਜਾਂਦੀ ਹੈ। ਜੀ ਤੇ ਮਨਪ੍ਰੀਤ ਸਿੰਘ ਖਿਡਾਰੀ ਨੇ, ਜੀ ਉਹਨਾਂ ਨੇ ਇੰਨਾ ਜ਼ੋਰ ਲਗਾਇਆ, ਪਸੀਨਾ ਵਹਾਇਆ, ਖੂਨ ਵੀ ਨਿਕਲਿਆ ਹੋਵੇਗਾ, ਜੀ ਪਰ ਉਹਨਾਂ ਤੇ ਇਸ ਤਰ੍ਹਾਂ ਦਾ ਦਬਾਅ ਪਾਉਣਾ ਕਿਸੇ ਵੱਲੋਂ ਵੀ, ਚਾਹੇ ਸ਼ਰਾਰਤਨ ਚਾਹੇ ਇਰਾਦਤਨ, ਜੀ ਜਿਸ ਤਰ੍ਹਾਂ ਵੀ ਹੈ, ਜੀ। ਇਹ ਜਾਇਜ਼ ਬਿਲਕੁਲ ਨਹੀਂ ਸੀ। ਜੀ ਉਹਨਾਂ ਨੇ ਇਹੋ ਜਿਹੀ ਗੱਲ ਨਹੀਂ ਕੀਤੀ। ਤੇ ਜੇ ਕੱਲ ਨੂੰ ਹੁਣ ਜਿਹਨਾਂ ਸੱਜਣਾ ਨੇ ਇਹ ਗੱਲ ਤੋਰੀ ਹੈ, ਡਿਜ਼ਾਈਨ ਬਣਾ ਕੇ ਕੋ ਜਿਹੜਾ ਪੋਸਟਰ ਜਿਹਾ ਬਣਾ ਕੇ ਜਿਹੜਾ ਸੀ ਉਹ ਸੋਸ਼ਲ ਮੀਡੀਆ ਤੇ ਜਿਹੜਾ ਸਰਕੂਲੇਟ ਕੀਤਾ ਗਿਆ, ਜੀ ਜਿਹੜੇ ਉਹ ਕਹਿੰਦੇ ਸੀ ਕਿ ਦੇਖੋ ਜੀ, ਆ ਕਈਆਂ ਨੇ ਤਾਂ ਇਹ ਵੀ ਲਿਖਿਆ ਕਿ ਦੇਖੋ ਜੀ, ਜੇ ਇਹ ਗੱਲ ਸੱਚ ਹੈ ਤਾਂ ਫਿਰ ਬਹੁਤ ਬਹੁਤ ਵਧਾਈਆਂ ਵਾਲੀ ਗੱਲ ਹੈ, ਜੀ ਤੇ ਜੇ ਨਹੀਂ ਸੱਚ ਤਾਂ ਫਿਰ ਵਧਾਈਆਂ ਵਾਲੀ ਗੱਲ ਨਹੀਂ। ਜੀ ਖਿਡਾਰੀਆਂ ਤੇ ਇਸ ਤਰ੍ਹਾਂ ਦਾ ਦਬਾਅ ਪਾਉਣ ਦੀ ਕੀ ਲੋੜ ਹੈ ਸਾਨੂੰ? ਜੀ ਖਿਡਾਰੀਆਂ ਨੂੰ ਆਪਣਾ ਕੰਮ ਕਰਨ ਦਿਓ। ਜਦੋਂ ਇਸ ਮੁੱਖ ਧਾਰਾ ਦੇ ਵਿੱਚ ਆਉਣਗੇ, ਜੀ ਜੇ ਉਹ ਆਪਣੇ ਤੌਰ ਤਰੀਕੇ ਨਾਲ ਗੱਲ ਕਰਨਗੇ ਤੇ ਫਿਰ ਠੀਕ ਹੈ। ਜੀ ਡਾਕਟਰ ਵਰਿੰਦਰਪਾਲ ਸਿੰਘ ਚੇਤੇ ਆਉਂਦੇ ਨੇ, PAU ਦੇ ਸਾਇੰਸਦਾਨ ਨੇ, ਜੀ ਉਹਨਾਂ ਨੇ ਬੜੇ ਤਰੀਕੇ ਨਾਲ ਕੀਤੀ ਹੈ, ਕਿਉਂਕਿ ਉਹ ਥੋੜੇ ਮੈਚੁਰਡ ਨੇ, ਉਹ ਆਪਣੇ ਤਰੀਕੇ ਨਾਲ ਗੱਲ ਕਰ ਸਕਦੇ ਨੇ। ਜੀ ਉਹਨਾਂ ਨੇ ਮੰਤਰੀ ਸਾਹਿਬ ਤੋਂ ਇਨਾਮ ਲੈਣ ਤੋਂ ਨਾ ਕਰ ਦਿੱਤੀ ਜੀ ਕਿ ਮੈਂ ਇਨਾਮ ਨਹੀਂ ਲੈ ਸਕਦਾ, ਮੈਂ ਕਿਸਾਨਾਂ ਦੇ ਮੁੱਦੇ, ਉਹ ਕਿਸਾਨੀ ਨਾਲ ਜੁੜੇ ਹੋਏ ਸਾਇੰਸਦਾਨ ਨੇ, ਜੀ ਕਿਸਾਨਾਂ ਦੀ ਯੂਨੀਵਰਸਿਟੀ ਵਿੱਚ ਬੈਠੇ ਹੋਏ ਨੇ, ਉਹਨਾਂ ਦਾ ਬਹੁਤ ਜਾਇਜ਼ ਬਣਦਾ ਹੈ। ਜੀ ਮੈਂ ਨਹੀਂ ਕਹਿੰਦਾ ਕਿ ਖਿਡਾਰੀ ਕਰ ਨਹੀਂ ਸਕਦੇ, ਜੀ ਖਿਡਾਰੀ ਇਹ ਕਿਸਾਨਾਂ ਦੇ ਪੁੱਤ ਵੀ ਹੋਣਗੇ, ਇਹਨਾਂ ਵਿੱਚੋਂ ਬਹੁਤੇ ਜਿਹੜੇ ਕਿਸਾਨੀ ਕਿੱਤੇ ਨਾਲ ਸੰਬੰਧਿਤ ਨੇ, ਜੀ ਪਰ ਖਿਡਾਰੀਆਂ ਤੇ ਇਸ ਤਰ੍ਹਾਂ ਦਾ ਦਬਾਅ ਪਾਉਣਾ ਬਿਲਕੁਲ ਵੀ ਜਾਇਜ਼ ਨਹੀਂ ਸੀ। ਇਹ ਮੈਂ ਇਸ ਨੂੰ ਸ਼ਰਾਰਤੀ ਸਮਝਦਾ, ਇਸ ਨਾਲ ਹਾਸਲ ਹੋਣ ਵਾਲਾ ਕੁਝ ਨਹੀਂ ਸੀ, ਸਿਰਫ ਕੁਝ ਲੋਕਾਂ ਦੇ ਮੂੰਹ ਦਾ ਸਵਾਦ ਹੀ ਖਰਾਬ ਹੋਣਾ। ਜੀ ਪਰ ਜੋ ਮਨਪ੍ਰੀਤ ਸਿੰਘ ਨੇ ਕਿਹਾ, ਹੁਣ ਮੈਂ ਉਹ ਦੱਸਦਾ। ਜੀ ਮਨਪ੍ਰੀਤ ਸਿੰਘ ਨੇ ਆਪਣਾ ਮੈਡਲ ਤੇ ਆਪਣੀ ਜਿੱਤ ਤੇ ਆਪਣੀ ਪ੍ਰਾਪਤੀ ਟੀਮ ਦੀ ਕਰੋਨਾ ਦੇ ਨਾਲ ਲੜ ਰਹੇ ਮੈਡੀਕਲ ਸਟਾਫ ਤੇ ਡਾਕਟਰਾਂ ਨੂੰ ਸਮਰਪਿਤ ਕੀਤੀ ਆ। ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੀਆਂ ਭਾਰਤ ਦੀਆਂ ਹਾਕੀ ਦੀਆਂ ਖਿਡਾਰਨਾਂ ਵੀ ਤੇ ਇਹਨਾਂ ਵਿੱਚੋਂ ਮੈਚ ਖਿਡਾਰੀਆਂ ਵਿੱਚੋਂ ਕਈ ਕਰੋਨਾ ਨਾਲ ਪੋਜ਼ਿਟਿਵ ਹੋ ਗਏ ਸਨ। ਜੀ ਉਹਨਾਂ ਨੂੰ ਪਤਾ ਹੈ ਕਿ ਕਰੋਨਾ ਨਾਲ ਜਿਹੜੇ ਵਿਅਕਤੀ ਪੋਜ਼ਿਟਿਵ ਰਹੇ ਨੇ, ਉਹਨਾਂ ਤੇ ਕੀ ਬੀਤਦੀ ਹੈ ਤੇ ਸਰੀਰ ਦੇ ਨਾਲ ਕਿਸ ਤਰ੍ਹਾਂ ਦੇ ਬਦਲਾਅ ਆਉਂਦੇ ਨੇ। ਜੀ ਤੇ ਖਿਡਾਰੀ ਵਾਸਤੇ ਆਪਣਾ ਸੰਤੁਲਨ ਰੱਖਣਾ ਤੇ ਕੋਵਿਡ ਦੇ ਦੌਰ ਦੇ ਵਿੱਚ ਇਸ ਤਰ੍ਹਾਂ ਇਸ ਸਥਿਤੀ ਵਿੱਚੋਂ ਲੰਘ ਕੇ ਤੇ ਪੂਰੀ ਫਿਟਨੈਸ ਹਾਸਲ ਕਰਕੇ ਤੇ ਫਿਰ ਖੇਡਣਾ, ਜੀ ਉਹ ਜਾਣਦੇ ਨੇ। ਉਹਨਾਂ ਨੇ ਧੰਨਵਾਦ ਕੀਤਾ ਹੈ ਕਿ ਜਿਹੜੇ ਡਾਕਟਰ ਪਿਛਲੇ 1.5 ਸਾਲ ਤੋਂ ਜਿਹੜੇ ਲੜ ਰਹੇ ਨੇ ਔਰ ਆਪਣੀ ਜਾਨ ਨੂੰ ਜੋਖਮ ਪਾ ਕੇ ਅੱਗੇ ਖੇਡ ਰਹੇ ਨੇ ਔਰ ਲੋਕਾਂ ਦੇ ਵਾਸਤੇ ਕੰਮ ਕਰ ਰਹੇ ਨੇ। ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਇਹ ਮੈਡਲ ਉਹਨਾਂ ਨੂੰ ਸਮਰਪਿਤ ਕਰਦਾ। ਡਾਕਟਰਾਂ ਦੀ ਐਸੋਸੀਏਸ਼ਨਾਂ ਨੇ ਵੀ ਮਨਪ੍ਰੀਤ ਸਿੰਘ ਦਾ ਧੰਨਵਾਦ ਕੀਤਾ ਕਿ ਇਹ ਜਿਹੜੀ ਜ਼ਰਾ ਨਵਾਜ਼ੀ ਤੁਹਾਡੀ ਹੈ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੇ ਅਸੀਂ ਇਸੇ ਤਰ੍ਹਾਂ ਲੜਦੇ ਰਵਾਂਗੇ ਤੇ ਕੋਵਿਡ ਤੋਂ ਪਾਰ ਪਾਵਾਂਗੇ। ਸੱਚਾਈ ਇੰਨੀ ਕੁ ਹੈ ਜੀ। ਤੇ ਕੁਲਦੀਪ ਜੀ, ਕਰੋਨਾ ਦੀ ਗੱਲ ਕੀਤੀ, ਡਾਕਟਰਾਂ ਦੇ ਪ੍ਰਭਾਵ ਦੀ ਗੱਲ ਕੀਤੀ, ਉਹਨਾਂ ਦੀ ਮਿਹਨਤ ਦੀ ਗੱਲ ਕੀਤੀ। ਮੈਂ ਕਿਤੇ ਪੜ੍ਹ ਰਹੀ ਸੀ ਕਿ ਕਰੋਨਾ ਕਾਲ ਦੇ ਦੌਰਾਨ ਡਾਕਟਰਾਂ ਜਿਹੜਾ ਮਾਨਸਿਕ ਦਬਾਅ ਚੱਲਿਆ ਨਾ, ਉਹਨੂੰ ਲੈ ਕੇ ਹੁਣ ਕਈ ਡਾਕਟਰ ਜਿਹੜੇ ਨੇ ਨਾ ਡਾਕਟਰੀ ਦੇ ਪੇਸ਼ੇ ਤੋਂ ਹੀ ਪਿੱਛੇ ਹਟ ਰਹੇ ਨੇ। ਹੈਗੀ ਗੱਲ ਜੀ। ਇਹ ਪੰਜਾਬ ਵਿੱਚ ਤੇ ਖੈਰ ਇਹੋ ਜਿਹਾ ਕੇਸ ਸਾਹਮਣੇ ਆਏ ਸੀ ਕਿ ਕੁਝ ਸਰਕਾਰੀ ਅਹੁਦਿਆਂ ਤੋਂ ਡਾਕਟਰਾਂ ਨੇ ਅਸਤੀਫੇ ਦਿੱਤੇ। ਜੀ ਹੋ ਸਕਦਾ ਉਹਨਾਂ ਤੇ ਕੋਈ ਕਿਸ ਤਰ੍ਹਾਂ ਦਾ ਦਬਾਅ ਹੋਵੇ, ਪਰ ਹੋਰ ਤਰ੍ਹਾਂ ਦੀਆਂ ਕਹਾਣੀਆਂ ਵੀ ਨਿਕਲ ਕੇ ਸਾਹਮਣੇ ਆਈਆਂ ਸੀ। ਜੀ ਇਹ ਪਰਮਿੰਦਰ ਜੀ, ਜਿਹੜੇ ਫੀਲਡ ਦੇ ਵਿੱਚ ਜਿਹੜਾ ਵਿਅਕਤੀ ਹੋਵੇ ਉਹਨੂੰ ਉਸ ਦੀਆਂ ਸਮੱਸਿਆਵਾਂ ਦਾ ਉਹਨੂੰ ਪਤਾ ਹੁੰਦਾ ਹੈ। ਜੀ ਅਫਗਾਨਿਸਤਾਨ ਦੀ ਗੱਲ ਅਸੀਂ ਪਹਿਲਾਂ ਕੀਤੀ ਸੀ। ਅਫਗਾਨਿਸਤਾਨ ਦੇ ਵਿੱਚੋਂ ਤੇ ਇਰਾਕ ਦੇ ਵਿੱਚ ਜਿਹੜੇ ਅਮਰੀਕਨ ਫੌਜੀ ਤੇ ਹੋਰਨਾਂ ਦੇਸ਼ਾਂ ਦੇ ਅਮਰੀਕਨ ਫੌਜੀ ਉੱਥੇ ਲੜ ਕੇ ਗਏ ਨੇ, ਜੀ ਜਾਨਾਂ ਵੀ ਬਹੁਤ ਸਾਰਿਆਂ ਦੀਆਂ ਗਈਆਂ। ਕਈਆਂ ਦੇ ਅੰਗ ਜਿਹੜੇ ਸੀ, ਕਿਸੇ ਦੀ ਲੱਤ ਹੈ ਨਹੀਂ, ਕਿਸੇ ਦੀ ਬਾਂਹ ਹੈ ਨਹੀਂ, ਕਿਸੇ ਦੇ ਸਰੀਰ ਦਾ ਕੋਈ ਅੰਗ ਨਹੀਂ, ਜੋ ਬੰਬ ਧਮਾਕਿਆਂ ਵਿੱਚ ਜ਼ਖਮੀ ਹੋਏ ਸਨ ਜਾਂ ਕਿਸੇ ਨੂੰ ਗੋਲੀ ਵੀ ਵੱਜੀ ਹੈ ਜਾਂ ਕਿਸੇ ਵੀ ਤਰੀਕੇ ਉੱਥੇ ਰਹੇ ਨੇ। ਉਹਨਾਂ ਨੂੰ ਕਈ ਕਿਸਮ ਦੀਆਂ ਬਿਮਾਰੀਆਂ ਨੇ ਘੇਰਿਆ ਜਿਹੜੀਆਂ ਮੈਂਟਲ ਹੈਲਥ ਦੇ ਨਾਲ ਸੰਬੰਧਿਤ ਨੇ, ਰਿਲੇਟਡ ਨੇ। ਤੇ ਉਹਨਾਂ ਵਿੱਚੋਂ ਬਹੁਤ ਸਾਰੇ ਜਿਹੜੇ ਨੇ ਉਹ ਪਹਿਲਾਂ ਵਾਲੀ ਮਾਨਸਿਕ ਸਥਿਤੀ ਵਿੱਚ ਨਹੀਂ ਪਹੁੰਚ ਸਕੇ ਕਿ ਅਸੀਂ ਕੀ ਕਰਕੇ ਆਏ ਹਾਂ ਤੇ ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ। ਸੋ ਇਹਦੇ ਵਿੱਚੋਂ ਉਪਜੀਆਂ ਹੋਈਆਂ ਚੀਜ਼ਾਂ ਨੇ। ਇਹ ਜਿਵੇਂ ਇੱਕ ਫੌਜੀ ਉਨੀ ਦੇਰ ਤੱਕ ਵਿਹਲਾ ਰਹਿੰਦਾ ਜਦੋਂ ਤੱਕ ਕੋਈ ਲੜਾਈ ਨਾ ਲੱਗੀ ਹੋਵੇ। ਇਹ ਡਾਕਟਰਾਂ ਦੀ ਰੁਟੀਨ ਚੱਲਦੀ ਹੈ, ਵੈਸੇ ਚੱਲਦੇ ਨੇ, ਆਪਣੇ ਰੋਜ਼ਮਰਾ ਮਰੀਜ਼ ਦੇਖਦੇ ਨੇ, ਸਭ ਕੁਝ ਚੱਲਦਾ ਹੈ, ਪਰ ਇਹ ਮਹਾਮਾਰੀ ਨਾਲ ਨਜਿੱਠਣ ਲਈ ਡਾਕਟਰਾਂ ਨੂੰ ਫਿਰ ਮੋਹਰੇ ਹੋਣਾ ਪੈਣਾ ਸੀ ਤੇ ਉਹ ਹੋਏ ਨੇ। ਇਸ ਗੱਲ ਦਾ ਧੰਨਵਾਦ ਹੈ ਸਾਰਿਆਂ ਦਾ। ਤੇ ਕੁਲਦੀਪ ਜੀ, ਹੁਣ ਖੇਡਾਂ ਦੇ ਨਾਲ ਜੁੜੀ ਹੋਈ ਗੱਲਬਾਤ ਕਰਦੇ ਹਾਂ। ਇੱਕ ਐਵਾਰਡ ਦਾ ਨਾਮ ਮੇਜਰ ਧਿਆਨ ਚੰਦ ਦੇ ਨਾਮ ਤੇ ਕਰ ਦਿੱਤਾ ਗਿਆ। ਇਹ ਕਿੰਨਾ ਕੁ ਜਾਇਜ਼ ਹੈ ਤੇ ਕਿਆ ਇਹ ਕਰਨਾ ਚਾਹੀਦਾ ਸੀ ਜਾਂ ਇਹਦੀ ਜਗ੍ਹਾ ਕੁਝ ਹੋਰ ਕਰਨਾ ਚਾਹੀਦਾ ਸੀ? ਮੇਜਰ ਧਿਆਨ ਸਿੰਘ ਬਹੁਤ ਵੱਡੇ ਖਿਡਾਰੀ ਹੋਏ ਨੇ ਜੀ। ਮੈਂ ਜਾਣਬੁੱਝ ਕੇ ਧਿਆਨ ਸਿੰਘ ਕਿਹਾ, ਉਹਨਾਂ ਦਾ ਪਹਿਲਾ ਨਾਮ ਧਿਆਨ ਸਿੰਘ ਹੀ ਸੀ। ਧਿਆਨ ਚੰਦ ਉਹਨਾਂ ਦਾ ਨਾਮ ਬਾਅਦ ਵਿੱਚ ਬਦਲਿਆ ਗਿਆ। ਧਿਆਨ ਚੰਦ ਦੀਆਂ ਪ੍ਰਾਪਤੀਆਂ ਕਿਸੇ ਤੋਂ ਛੁਪੀਆਂ ਨਹੀਂ। ਜਾਦੂਗਰ ਉਹਨਾਂ ਨੂੰ ਐਵੇਂ ਨਹੀਂ ਕਿਹਾ ਜਾਂਦਾ, ਸਿੱਧੀ ਜੀ ਗੱਲ ਹੈ। ਹਿਟਲਰ ਦੇ ਸਾਹਮਣੇ ਉਹਨਾਂ ਨੇ ਜਿਵੇਂ ਜਰਮਨ ਦੀ ਟੀਮ ਨੂੰ ਫਾਈਨਲ ਦੇ ਵਿੱਚ ਢਾਇਆ,
ਔਰ ਗੋਲ ਕੀਤੇ ਤੇ ਕਰਨ ਵਿੱਚ ਮਦਦ ਕੀਤੀ, ਉਹ ਆਪਣੇ ਆਪ ਦੇ ਵਿੱਚ ਮਿਸਾਲ ਹੈ ਜੀ। ਔਰ ਇਸ ਤਰ੍ਹਾਂ ਦਾ ਜਿਹੜਾ ਉਦਾਹਰਨ, ਇਸ ਤਰ੍ਹਾਂ ਦੀ ਉਦਾਹਰਨ ਹੈ ਕਿਤੇ ਇਤਿਹਾਸ ਵਿੱਚ ਬਹੁਤ ਘੱਟ ਮਿਲਦੀ ਹੈ ਜੀ। ਜੋ ਧਿਆਨ ਚੰਦ ਦਾ ਸਥਾਨ ਹੈ ਕੱਲੀ ਹਾਕੀ ਵਿੱਚ ਨਹੀਂ, ਸਮੁੱਚੇ ਭਾਰਤੀ ਖੇਡਾਂ ਦੇ ਇਤਿਹਾਸ ਵਿੱਚ ਉਹ ਸ਼ਾਇਦ ਕਿਸੇ ਹੋਰ ਦਾ ਨਾ ਹੋਵੇ। ਜਿਵੇਂ ਡੌਨ ਬ੍ਰੈਡਮੈਨ ਦਾ ਕ੍ਰਿਕਟ ਦੇ ਵਿੱਚ ਨਾਮ ਹੈ, ਉਸ ਤਰ੍ਹਾਂ ਦਾ ਧਿਆਨ ਚੰਦ ਦਾ ਨਾਮ ਹੈ ਜੀ। ਧਿਆਨ ਚੰਦ ਦੇ ਬੇਟੇ ਵੀ ਅਸ਼ੋਕ ਕੁਮਾਰ ਵੀ ਭਾਰਤ ਦੇ ਵਿੱਚ ਬਹੁਤ ਚੰਗੇ ਖਿਡਾਰੀ ਰਹੇ ਨੇ, ਖੇਡ ਚੁੱਕੇ ਨੇ, ਮਾਡਰਨ ਹਾਕੀ ਖੇਡ ਚੁੱਕੇ ਨੇ। ਹੁਣ ਧਿਆਨ ਚੰਦ ਦੇ ਨਾਂ ਤੇ ਪੁਰਸਕਾਰ ਰਾਜੀਵ ਗਾਂਧੀ ਖੇਲ ਰਤਨ, ਜੋ ਖੇਡਾਂ ਦਾ ਸਭ ਤੋਂ ਵੱਡਾ ਪੁਰਸਕਾਰ ਹੈ। ਖੇਡਾਂ ਵਿੱਚ ਹੋਰ ਕਈ ਕਿਸਮ ਦੇ ਪੁਰਸਕਾਰ ਨੇ, ਜਿਨ੍ਹਾਂ ਵਿੱਚ ਅਰਜੁਨ ਅਵਾਰਡ ਵੀ ਹੈ, ਦਰੋਣਾਚਾਰੀ ਅਵਾਰਡ ਵੀ ਹੈ, ਇਸ ਤਰ੍ਹਾਂ ਦੇ ਅਵਾਰਡ ਹਨ। ਪਰ ਇਹ ਸਭ ਤੋਂ ਵੱਡਾ ਅਵਾਰਡ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਜਿਹੜਾ ਸੀ ਉਹ ਬਣਾਇਆ ਗਿਆ ਤੇ 25 ਲੱਖ ਰੁਪਈਆ ਜਿਹੜਾ ਸੀ ਇਨਾਮ ਰਾਸ਼ੀ ਦਿੱਤੀ ਗਈ। ਤੇ ਜਿਹੜੀ ਕੁੜੀ ਸਾਡੀ ਜਿੱਤੀ ਹੈ ਬਾਕਸਰ ਲਵਲੀਨਾ, ਉਹਨੂੰ ਵੀ ਮਿਲਿਆ ਹੋਇਆ ਰਾਜੀਵ ਗਾਂਧੀ ਖੇਲ ਰਤਨ ਤੇ 25 ਲੱਖ ਰੁਪਈਆ ਉਸਨੂੰ ਮਿਲਿਆ। 25 ਲੱਖ ਦਾ 25 ਲੱਖ ਹੀ ਉਸਦਾ ਮਾਂ ਦੀਆਂ ਕਿਡਨੀਆਂ ਦੇ ਇਲਾਜ ਦੇ ਲੱਗ ਗਿਆ। ਉਹ ਵੱਖਰੀ ਗੱਲ ਹੈ, ਪਰ ਇਹ ਭਾਰਤ ਦੇ ਵਿੱਚ ਰਿਵਾਜ ਤੇ ਪਹਿਲਾਂ ਦਾ ਚੱਲਿਆ ਹੋਇਆ। ਵਿਰੋਧੀ ਧਿਰ ਉਹ ਜਿਹੜੀ ਹੈ ਉਹ ਕਾਂਗਰਸ, ਇਸ ਮੁੱਦੇ ਤੇ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਕਿ ਨਾ ਕਿਉਂ ਬਦਲਿਆ ਗਿਆ। ਥੋੜਾ ਜਿਹਾ ਉਹਨਾਂ ਨੇ ਆਪਣਾ ਰੋਣਾ, ਰਾਜਨੀਤਿਕ ਰੋਣਾ ਜਿਹੜਾ ਰੋਇਆ। ਉਹ ਕੀ ਕਹਿੰਦੇ ਨੇ? ਉਹ ਕਹਿੰਦੇ ਨੇ ਕਿ ਰਾਜੀਵ ਗਾਂਧੀ ਦੇ ਨਾਂ ਤੇ ਤੁਸੀਂ ਜਿਹੜਾ ਅਵਾਰਡ ਸੀ ਬਦਲ ਦਿੱਤਾ। ਤੇ ਨਰਿੰਦਰ ਮੋਦੀ ਜੀ ਕਹਿੰਦੇ ਨੇ ਕਿ ਲੋਕਾਂ ਦੀ ਮੰਗ ਸੀ। ਮੰਗ ਤੇ ਪਤਾ ਨਹੀਂ ਕਿਹਦੀ ਸੀ, ਮੰਗ ਤੇ ਹੋਰ ਬਹੁਤ ਸਾਰੀ ਚੀਜ਼ਾਂ ਦੀ ਹੋ ਰਹੀ ਹੈ। ਲੱਖਾਂ ਬੰਦੇ ਸਰਹੱਦਾਂ ਤੇ ਬੈਠੇ ਹੋਏ ਨੇ, ਮੰਗ ਹੀ ਕਰ ਰਹੇ ਨੇ। ਤੇ ਇਹਦੀ ਕਿੰਨਿਆਂ ਕੁ ਜਣੇ ਨੇ ਮੰਗ ਕੀਤੀ ਸੀ? ਕੋਈ ਮੁਹਿੰਮ ਚੱਲੀ ਸੀ, ਕੈਂਪੇਨ ਚੱਲੀ ਸੀ, ਕੋਈ ਆਨਲਾਈਨ ਕੋਈ ਸਾਈਨ ਦੀ ਪਟੀਸ਼ਨ ਕਿਸੇ ਨੇ ਦੇਖੀ ਸੀ? ਚਲੋ ਮੰਨ ਲਿਆ, ਕਰ ਦਿੱਤਾ। ਪਰ ਇਹ ਰਾਜਨੀਤਿਕ ਫੈਸਲਾ ਹੈ, ਕਿਉਂਕਿ ਅਜੇ ਕੁਝ ਮਹੀਨਿਆਂ ਦੀ ਗੱਲ ਹੈ ਕਿ ਗੁਜਰਾਤ ਦੇ ਵਿੱਚ ਸਟੇਡੀਅਮ ਦਾ ਨਾਮ ਜਿਹੜਾ ਬਦਲ ਕੇ ਨਰਿੰਦਰ ਮੋਦੀ ਸਟੇਡੀਅਮ ਰੱਖਿਆ ਗਿਆ। ਉਹ ਕਿਉਂ ਰੱਖਿਆ ਗਿਆ? ਦਿੱਲੀ ਦੇ ਵਿੱਚ ਜਿਹੜਾ ਸਟੇਡੀਅਮ ਹੈ ਅਰੁਣ ਜੇਟਲੀ ਦੇ ਨਾਂ ਤੇ ਹੈ। ਹੋਰ ਪਤਾ ਨਹੀਂ ਕਿੰਨੇ ਸਿਆਸਤਦਾਨਾਂ ਦੇ ਨਾਂ ਤੇ ਸਾਡੇ ਸਟੇਡੀਅਮ ਬਣੇ ਹੋਏ ਨੇ। ਰਾਜਨੀਤਿਕ ਲੋਕ ਪਿੱਛੇ ਹਟਣ ਤੋਂ ਇੱਕ ਮੌਕਾ ਵੀ ਖੁੱਜਦੇ ਨਹੀਂ। ਕਾਂਗਰਸ ਵਾਲੇ ਵੀ ਇਹੋ ਕਹਿੰਦੇ ਨੇ ਕਿ ਜੇ ਇਹ ਬਦਲਿਆ ਅਵਾਰਡ ਠੀਕ ਹੈ, ਭਾਰਤ ਨੂੰ 21ਵੀਂ ਸਦੀ ਵਿੱਚ ਲੈ ਕੇ ਜਾਣ ਵਾਲਿਆਂ ਵਿੱਚੋਂ ਰਾਜੀਵ ਗਾਂਧੀ ਇੱਕ ਸਨ ਤੇ ਉਹਨਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਨਵੀਂ ਤਕਨੀਕ, ਹੋਰ ਸਾਰੀ ਚੀਜ਼ਾਂ ਲਿਆਂਦੀਆਂ, ਉਹ ਇੱਕ ਵੱਖਰੀ ਗੱਲ ਹੈ। ਪਰ ਉਹਨੇ ਕਿਹਾ ਕਿ ਤੁਸੀਂ ਠੀਕ ਹੈ, ਖੇਡਾਂ ਦਾ ਅਵਾਰਡ ਹੈ, ਉਹ ਕਿਸੇ ਖਿਡਾਰੀ ਦੇ ਨਾਂ ਤੇ ਹੋਣਾ ਚਾਹੀਦਾ, ਗੱਲ ਵਾਜਬ ਹੈ। ਤੇ ਸਟੇਡੀਅਮਾਂ ਦੇ ਨਾਂ ਖਿਡਾਰੀਆਂ ਤੇ ਨਹੀਂ ਹੋਣੇ ਚਾਹੀਦੇ। ਕਾਂਗਰਸ ਨੇ ਕਿਹਾ ਕਿ ਪੀਟੀ ਊਸ਼ਾ, ਮਿਲਖਾ ਸਿੰਘ, ਤੰਦੂਲਕਰ ਤੇ ਕਿੰਨੇ ਨਾਮ ਨੇ ਸਾਡੇ, ਇਹਨਾਂ ਦੇ ਨਾਮ ਤੇ ਰੱਖੋ। ਫਿਰ ਇਹ ਗੱਲ ਵਾਜਬ ਹੈ, ਪਰ ਰਾਜਨੀਤੀ ਚਮਕੇਗੀ ਜਿੱਥੇ ਰਾਜਨੀਤੀਵਾਨ ਨੂੰ ਰਾਜਨੀਤੀ ਚਮਕਾਉਣ ਦਾ ਮੌਕਾ ਮਿਲੇਗਾ, ਪਿੱਛੇ ਨਹੀਂ ਹਟਣਗੇ। ਪੁਰਸਕਾਰ ਦਾ ਨਾਂ ਧਿਆਨ ਚੰਦ ਤੇ ਹੋਣਾ ਮਾੜੀ ਗੱਲ ਨਹੀਂ। ਜੇ ਸਾਰੇ ਪਾਸੇ ਲਹਿਰ ਚਲਾ ਦਿੱਤੀ ਜਾਵੇ ਤਾਂ ਫਿਰ ਦੇਖੋ ਖਿਡਾਰੀਆਂ ਦੇ ਹੌਸਲੇ ਬੁਲੰਦ ਹੁੰਦੇ ਕਿ ਨਹੀਂ। ਭਾਰਤ ਦੀ ਸ਼ਾਨ ਲੜਕੀ ਗੁਰਜੀਤ ਕੌਰ, ਜਿਸ ਨੇ ਸਾਰੇ ਨੌਕਆਊਟ ਮੈਚਾਂ ਦੇ ਵਿੱਚ ਗੋਲ ਕੀਤੇ ਨੇ ਔਰ ਬ੍ਰੌਂਜ਼ ਮੈਡਲ ਮੈਚ ਵਿੱਚ ਵੀ 2 ਗੋਲ ਉਸ ਲੜਕੀ ਨੇ ਕੀਤੇ ਨੇ। ਉਹਦੇ ਪਿੰਡ ਵਾਲੇ ਕਹਿ ਰਹੇ ਨੇ ਹੁਣ, ਤੇ ਉਹਦੇ ਪਿਤਾ ਨੇ ਵੀ ਆਖਿਆ, ਸਤਨਾਮ ਸਿੰਘ ਨੇ, ਕਿ ਸਾਨੂੰ ਕੁਝ ਨਹੀਂ ਚਾਹੀਦਾ, ਇੱਕ ਸਟੇਡੀਅਮ ਬਣਾਓ, ਸਾਨੂੰ ਸਟੇਡੀਅਮ ਦੀ ਲੋੜ ਹੈ, ਸਟੇਡੀਅਮ ਜਿੱਥੇ ਸਾਰੇ ਖੇਡ ਸਕਣ। ਉਹਨਾਂ ਨੇ ਇਹ ਵੀ ਨਹੀਂ ਆਖਿਆ ਕਿ ਸਾਡੀ ਕੁੜੀ ਦੇ ਨਾਂ ਤੇ ਜਾਂ ਕਿਸੇ ਹੋਰ ਦੇ ਨਾਂ ਤੇ ਬਣਾਓ। ਇਹ ਗੱਲ ਹੈ, ਸਿਆਸਤ ਇਸ ਦੇ ਵਿੱਚ ਨਹੀਂ ਆਉਣੀ ਚਾਹੀਦੀ। ਧਿਆਨ ਚੰਦ ਦੇ ਨਾਂ ਤੇ ਪੁਰਸਕਾਰ ਦਾ ਨਾਂ ਕਰ ਦੇਣਾ ਇਹ ਵਧੀਆ ਗੱਲ ਹੈ ਜੀ। ਤੇ ਕੁਲਦੀਪ ਜੀ, ਮੁੱਦੇ ਤਾਂ ਹਾਲੇ ਸਾਡੇ ਕੋਲ ਵਿਚਾਰਨ ਵਾਲੇ ਬੜੇ ਸਾਰੇ ਨੇ, ਪਰ ਸਮਾਂ ਖਤਮ ਹੈ ਇਸ ਪ੍ਰੋਗਰਾਮ ਦਾ। ਤੁਸੀਂ ਸਟੂਡੀਓ 'ਚ ਆਏ, ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ-ਬਹੁਤ ਧੰਨਵਾਦ। ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਵਿਚਾਰ ਚਰਚਾ ਦੇ ਇਸ ਹਿੱਸੇ ਨਾਲ ਜੁੜਨ ਲਈ। ਪੰਜਾਬੀ ਨੈਸ਼ਨਲ ਟੀਵੀ ਤੇ ਨਵੇਂ ਮੁੱਦਿਆਂ ਦੇ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ। ਇਸੇ ਤਰ੍ਹਾਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।